ਸ੍ਰੀ ਵਾਹਿਗੁਰੂ। ਸਤਨਾਮ ਸ੍ਰੀ ਵਾਹਿਗੁਰੂ। ਰਾਣਾ ਰਹੋ ਨ ਕੋ ਰਹੈ, ਰੰਗ ਨ ਤੁੰਗ ਫਕੀਰ। ਵਾਰੀ ਆਪੋ ਆਪਣੀ, ਕੋਈ ਨਾ ਬੰਧੈ ਤੀਰ। ਰਾਮ ਗਇਓ ਰਾਵਣ ਗਇਓ, ਜਾ ਕੋ ਬਹੁ ਪਰਵਾਰ। ਕਹੋ ਨਾਨਕ ਥਿਰ ਕਛ ਨਹੀਂ, ਸੁਪਨੇ ਜਿਉ ਸੰਸਾਰ। ਚਿੰਤਾ ਤਾਂ ਕੀ ਕੀਜੀਐ, ਜੋ ਅਨਹੋਣੀ ਹੋਏ। ਇਹੋ ਮਾਰਗ ਸੰਸਾਰ ਕੋ, ਨਾਨਕ ਥਿਰ ਨਹੀਂ ਕੋਈ। ਇਹਾਂ ਕਾਟ ਚਲੋ ਹਰ ਲਾਇਆ, ਅੱਗੇ ਬਸਨ ਸੁਹੇਲਾ ਜੀ। ਕਾਟ ਚਲੋ ਹਰ ਲਾਇਆ, ਅੱਗੇ ਬਸਨ ਸੁਹੇਲਾ ਜੀ। ਬਸਨ ਸੁਹੇਲਾ ਜੀ। ਕਾਟ ਚਲੋ ਹਰ ਲਾਇਆ, ਗੈ ਬਸਨ ਸੁਹੇਲਾ ਜੀ। ਬਸਨ ਸੁਹੇਲਾ ਜੀ, ਬਸਨ ਸੁਹੇਲਾ ਜੀ, ਆਗੇ ਬਸਨ ਸੁਹੇਲਾ ਜੀ। ਬਸਨ ਸੁਹੇਲਾ ਜੀ, ਬਸਨ ਸੁਹੇਲਾ ਜੀ, ਆਗੇ ਬਸਨ ਸੁਹੇਲਾ ਜੀ। ਸੁਹੇਲਾ ਜੀ, ਬਸਨ ਸੁਹੇਲਾ ਜੀ, ਆਗੇ ਬਸਨ ਸੁਹੇਲਾ ਜੀ। ਬਸਨ
ਅਗੇ ਬਸਨ ਸੁਹੇਲਾ ਜੀ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾ ਕਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਔਦ ਕਟੈ ਦਿਨ ਸੋਰੈ ਨਾਰੀ, ਮਨ ਗੁਰ ਮਿਲ ਕਾਜ ਸਵਾਰੇ ਰਹਾਓ। ਜੋ ਸੰਸਾਰ ਵਿਕਾਰ ਸੰਸੇ ਮਹਿ, ਕਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪਿਆਵੈ ਹੋ ਰਸ, ਕਥੁ ਕਥਾ ਤਿਨ ਜਾਨੀ। ਜਾ ਕੋ ਆਹੀ ਸੋਈ ਬਿਹਾਜ ਹੋ, ਹਰ ਗੁਰ ਤੇ ਮਨੇ ਬਸੇਰਾ। ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਬੋਰ ਨ ਹੋਏ ਗੋਪੇਰਾ। ਅੰਤਰ ਜਾਮੀ ਪੁਰਖ ਵਿਦਾਤੇ, ਕਰਦਾ ਮਨ ਕੀ ਪੂਰੇ। ਨਾਨਕ ਦਾਸ ਹੈ ਸੁਖ ਮੰਗੈ, ਉਤੋ ਕਰ ਸੰਤਨ ਕੀ ਤੂਰੇ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾ ਕਾਟ ਚਲੋ ਹਰ ਲਾਹਾ, ਚਲੋ ਹਰ ਲਾਹਾ। ਲਾਹੇ ਕਾਰਨ ਆਇਆ ਜਗ, ਹੋਏ ਮਜੂਰ ਗਿਆ ਠਗਾਏ ਠੱਗ। ਕਈ ਲਾਹਾ ਲੈ ਗਏ, ਚੱਲੇ ਮੂਲ ਗਵਾਏ ਜਿਉ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਇਹਾਂ ਖਾਟ ਚਲੋ ਹਰ ਲਾਹਾ। ਆਗੇ ਬਸਨ ਸੁਹੇਲਾ। ਇਹਾਂ ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ ਜੀ। ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ ਜੀ। ਖਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ ਜੀ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਈਹਾਂ ਕਾਟ ਚਲੋ ਹਰ ਲਾਹਾ, ਆਗੇ ਬਸਨ ਸੁਹੇਲਾ। ਅੱਗੇ ਬਸਨ ਸੁਹੇਲਾ ਹੋਵੇ ਤੇਰਾ, ਤੁਲਾ ਕਟ ਲੈ ਮਣਾ। ਅੱਗੇ ਬਸਨ ਸੁਹੇਲਾ ਹੋਵੇ ਤੇਰਾ, ਤੁਲਾ ਕਟ ਲੈ ਮਣਾ।
ਤੇਰਾ ਸੁਹੇਲਾ ਹੋਵੇ ਤੇਰਾ, ਇਥੋਂ ਲਾ ਕੱਟ ਲੈਮਣਾ, ਅੱਗੇ ਜਨਮ ਸੁਹੇਲਾ ਹੋਵੇ ਤੇਰਾ, ਇਥੋਂ ਲਾ ਕੱਟ ਲੈਮਣਾ। परम सत्कारयोग सतगुरां दी साजी नवाजी गुरु स्वरूप गुरु खालसा साध संगत जी, आज जितनियां भी गुरसिख संगतां दूरों ने चल के अपने कारां विहारां नूं पिछे छड्ड के काफ़ी समय तो हाजरा हजूर जहरा जहूर सर्व कला भरपूर बाणी के बोहित गुरुआं दे गुरु धार्मिक ग्रंथां दे ज्ञाता राजान राज पानान पान देवान देव उपमा महान दे मालिक सतगुरु धन धन श्री गुरु ग्रंथ साहिब महाराज दे पावन और पवित्र दरबार दीयां हाजरियां भर के सतगुरां दे पवित्र गुरबाणी दे बैरागमय कीर्तन सरवण करके अपने समय अते श्वासां नूं सफला कर रहे हो, लेखे भी चला रहे हो, तां ते आओ थोड़ा जिहा समा अपने कोल होर है। जितनियां भी गुरसिख संगतां नगर विचों रिश्तेदारियां विचों गुरु चरणों विच हाजिर हो रही हैं, सबनां नूं बेनती है कि चाह का लंगर प्रशादे का लंगर अतुट वरत रहा है। गुरु के लंगरां दे विच पहुँच के गुरु के लंगर का प्रशाद पानी छक के फिर गुरु साहिब जी को नमस्कार करके माइयां वाले पासे माइयां बीबियां और भाइयों वाले पासे भाई बैठण की कृपालता करो। सो बेनती है संगत नूं कि आप जी चुप करके प्यार सत्कार दे नाल अदब दे नाल गुरु चरनां विच बैठो, तां जो अपना इत्थे आउण दा बैठण दा समा जिहड़ा है वो सफला हो सके। विशेष करके माइयां बीबियां नूं बेनती है कि आवाज़ बहुत आ रही है अंदर दरबार साहिब, प्यार सत्कार दे नाल गुरु चरनां दे विच एकाग्रचित होकर बैठो, तां जो अपना इत्थे पहुंचण दा जिहड़ा आपां नूं लाभ है लाहा है प्राप्त हो सके। क्योंकि समा जिहड़ा इहदा सुभाਅ है चलदा रहिंदा, जे आपां सो जाइए समा तां भी चलदा रहिंदा है। आपां तुरदे आ बैठदे आ खांदे आ पींदे आ सौंदे आ, समा जिहड़ा है वो अपनी रफ्तार दे नाल एक रती भर भी रुकदा नहीं। इस करके समय ने अपनी रफ्तार दे नाल तुरी जाना, इहनूं सफला किया जा सकता है एकाग्रचित होकर संगत विच बैठ के। सो इस करके बेनती है संगत नूं कि एकाग्रचित होकर गुरु चरणों विच बैठो। सो जितनियां भी गुरसिख संगतां गुरु साहिब के चरणों विच पहुंचियां हन, अपनी रसना नूं पवित्र करने वास्ते गुरु कलगीधर गुरु गोबिंद सिंह साहिब महाराज का बख्शिया हुआ नारा पंथ नूं फतेह दा सारे बुलंद करिए, गुरु चरणों में अपनी हाजिरी लवाइए। गज वज के फतेह बुलाओ, आखो जी वाहिगुरु जी का खालसा वाहिगुरु जी की फतेह।
ਸੋ ਸਾਧ ਸੰਗਤ ਜੀ, ਆਪਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਗੁਰਬਾਣੀ ਦੇ ਸ਼ਬਦ ਸਰਵਣ ਕਰ ਰਹੇ ਸੀਗੇ। ਗੁਰੂ ਸਾਹਿਬ ਜੀ ਗੁਰਬਾਣੀ ਦੇ ਵਿੱਚ ਸਾਨੂੰ ਸਮਝਾਉਣ ਵਾਸਤੇ ਉਪਦੇਸ਼ ਕਰਦੇ ਆ, ਰਾਣਾ ਰਾਹੋ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਦੈ ਧੀਰ। ਗੁਰੂ ਸਾਹਿਬ ਜੀ ਸਾਨੂੰ ਉਪਦੇਸ਼ ਕਰਦੇ ਆ, ਕਹਿੰਦੇ ਜੋ ਸੰਸਾਰ ਦੇ ਉੱਤੇ ਪੈਦਾ ਹੋਇਆ, ਭਾਵੇਂ ਉਹ ਜਨਮ ਲੈ ਕੇ ਕੋਈ ਰਾਜਾ ਬਣ ਗਿਆ, ਕੋਈ ਫਕੀਰ ਬਣ ਗਿਆ, ਕੋਈ ਵੀ ਸੰਸਾਰ ਦੇ ਉੱਤੇ ਕਿਸੇ ਨੇ ਮਰਤਬਾ ਪ੍ਰਾਪਤ ਕਰ ਲਿਆ, ਪਰ ਮਹਾਰਾਜ ਜੀ ਕਹਿੰਦੇ ਜੋ ਪਰਮਾਤਮਾ ਨੇ ਲਾ ਕਾਨੂੰਨ ਮਰਿਆਦਾ ਬਣਾਈ ਹੈ ਨਾ, ਉਹ ਸਭ ਵਾਸਤੇ ਇੱਕ ਹੈ, ਉਹਦੇ ਵਿੱਚ ਫਰਕ ਨਹੀਂ ਪਏਗਾ ਕਦੇ ਵੀ। ਤਾਂ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਾਣੀ ਦੇ ਵਿੱਚ ਜ਼ਿਕਰ ਕੀਤਾ ਹੈ, ਰਾਣਾ ਰਾਹੋ ਨਾ ਕੋ ਰਹਿ। ਮਹਾਰਾਜ ਜੀ ਕਹਿੰਦੇ ਜਿਹੜਾ ਸਮਾਂ ਹੈ ਨਾ, ਇਹ ਬਹੁਤ ਵੱਡੀ ਤਾਕਤ ਰੱਖਦਾ ਹੈ। ਵੱਡੇ ਵੱਡੇ ਰਾਜੇ ਜਿਨ੍ਹਾਂ ਦੇ ਅੰਡਰ ਦੇ ਵਿੱਚ, ਅਧੀਨਗੀ ਦੇ ਵਿੱਚ ਲੱਖਾਂ ਲਸ਼ਕਰ ਕੰਮ ਕਰਦੇ ਨੇ, ਵਜ਼ੀਰ, ਮੰਤਰੀ, ਪ੍ਰਜਾ, ਸਤਿਗੁਰੂ ਜੀ ਕਹਿੰਦੇ ਨੇ ਉਹ ਵੱਡੇ ਵੱਡੇ ਰਾਣੇ, ਰਾਣਾ ਰਾਹੋ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ। ਫਕੀਰ ਲੋਕ ਜਿਨ੍ਹਾਂ ਨੇ ਪ੍ਰਮਾਤਮਾ ਦੀ ਬੰਦਗੀ, ਸਿਮਰਨ, ਅਭਿਆਸ, ਯੋਗ, ਕਠਿਨ ਤਪੱਸਿਆ ਕੀਤੀ ਹੁੰਦੀ ਹੈ ਨਾ, ਗੁਰੂ ਸਾਹਿਬ ਜੀ ਕਹਿੰਦੇ ਉਹ ਵੀ ਸਮਾਂ ਦੇ ਅਧੀਨ ਹਨ। ਸੰਸਾਰ ਦੇ ਉੱਤੋਂ ਗੁਰੂ ਮਹਾਰਾਜ ਕਹਿੰਦੇ ਨਾ ਕੋਈ ਰਾਜਾ, ਨਾ ਭਿਖਾਰੀ, ਨਾ ਗਰੀਬ, ਨਾ ਅਮੀਰ, ਜੋ ਪ੍ਰਮਾਤਮਾ ਦਾ ਕਾਨੂੰਨ ਹੈ ਉਹ ਸਭ ਵਾਸਤੇ ਇੱਕ ਹੈ। ਰਾਣਾ ਰਾਹੋ ਨਾ ਕੋ ਰਹਿ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਏ ਨਾ ਬੰਦੈ ਧੀਰ। ਜਿਵੇਂ ਕਹਿੰਦੇ ਨੇ ਪਾਣੀ ਨੂੰ ਕੋਈ ਬੰਨ੍ਹ ਕੇ ਨਹੀਂ ਨਾ ਰੱਖ ਸਕਦਾ, ਇਸੇ ਤਰ੍ਹਾਂ ਕਹਿੰਦੇ ਆ ਸਰੀਰ ਦੇ ਵਿੱਚ ਜਿਹੜੀ ਆਤਮਾ, ਇਹਨੂੰ ਕੋਈ ਕੈਦ ਕਰਕੇ ਨਹੀਂ ਰੱਖ ਸਕਦਾ। ਸਮੇਂ ਦੀ ਰਫ਼ਤਾਰ ਦੇ ਨਾਲ ਇਹਨੇ ਇਹ ਜਿਹੜੀ ਆਤਮਾ, ਇਹ ਸਰੀਰ ਹੈ, ਇਹਦਾ ਨਾਸ ਹੋ ਜਾਣਾ, ਇਹਦਾ ਅੰਤ ਹੋ ਜਾਣਾ ਇੱਕ ਦਿਨ। ਸੋ ਇਸ ਕਰਕੇ ਪ੍ਰਮਾਤਮਾ ਦੀ ਦਾਤ ਆਪਾਂ ਨੂੰ ਸਾਰਿਆਂ ਨੂੰ ਮਿਲੀ ਹੋਈ ਹੈ। ਸੋ ਬਹੁਤ ਹੀ ਸਤਿਕਾਰਯੋਗ ਮਾਤਾ ਜਯੰਤੀ ਦੇਵੀ ਅਕਾਲ ਪੁਰਖ ਵਾਹਿਗੁਰੂ ਤੋਂ ਸਮਾਂ ਲੈ ਕੇ ਸੰਸਾਰ ਦੇ ਉੱਤੇ ਆਏ ਸਨ। ਜਨਮ ਲੈ ਕੇ ਆਪਣੇ ਪਰਿਵਾਰ ਨੂੰ, ਆਪਣੇ ਬੱਚਿਆਂ ਨੂੰ, ਉਹਨਾਂ ਦੀ ਪਰਵਰਿਸ਼ ਕਰਕੇ, ਉਹਨਾਂ ਦੀ ਪਾਲਣਾ ਪੋਸ਼ਣਾ ਕਰਕੇ, ਸੋ ਸਮੇਂ ਦੇ ਲਿਹਾਜ਼ ਦੇ ਨਾਲ ਕੁਝ ਦਿਨ ਪਹਿਲਾਂ ਅਕਾਲ ਪੁਰਖ ਵਾਹਿਗੁਰੂ ਵੱਲੋਂ ਦਿੱਤੇ ਵਿਸ਼ਵਾਸਾਂ ਨੂੰ ਪੂਰਾ ਕਰਦਿਆਂ ਅਕਾਲ ਚਲਾਣਾ ਕਰ ਗਏ ਹਨ। ਉਸ ਤੋਂ ਬਾਅਦ ਜੋ ਸਤਿਗੁਰਾਂ ਦਾ ਸਾਨੂੰ ਹੁਕਮ ਹੈ, ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ, ਕੇਸੋ ਗੋਪਾਲ ਪੰਡਤ ਸੱਦਿਓ ਹਰ ਹਰ ਕਥਾ ਪੜ੍ਹੈ ਪੁਰਾਣ ਜੀਓ। ਜਦੋਂ ਕੋਈ ਵੀ ਮਾਈ ਔਰ ਭਾਈ ਪ੍ਰਾਣੀ ਚੜ੍ਹਾਈ ਕਰ ਜਾਂਦਾ ਹੈ, ਉਹਦੀ ਚੜ੍ਹਾਈ ਕਰਨ ਤੋਂ ਬਾਅਦ ਗੁਰੂ ਸਾਹਿਬ ਜੀ ਕਹਿੰਦੇ ਨੇ ਉਹਦੇ ਪ੍ਰਥਾਏ, ਗੁਰਬਾਣੀ ਦੇ ਪਾਠ, ਗੁਰਬਾਣੀ ਦੇ ਕੀਰਤਨ, ਗੁਰੂ ਕੇ ਲੰਗਰਾਂ ਦੀ ਸੇਵਾ ਪਿੱਛੇ ਪਰਿਵਾਰ ਨੇ ਕਰਕੇ ਸਤਿਗੁਰਾਂ ਦੇ ਹੁਕਮ ਨੂੰ, ਭਾਣੇ ਨੂੰ ਮੰਨਣਾ ਹੈ। ਇਹ ਸਾਨੂੰ ਸਾਰਿਆਂ ਨੂੰ ਹੁਕਮ ਹੈ। ਸੋ ਸਾਧ ਸੰਗਤ ਜੀ, ਇਹ ਜਿਹੜੀ ਸਰੀਰ ਦੀ ਰਚਨਾ ਹੈ ਨਾ, ਇਹ 5 ਤੱਤਾਂ ਤੋਂ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਬਾਣੀ ਵਿੱਚ ਬਚਨ ਕਰਦੇ ਆ, 5 ਤਤ ਕੋ ਤਨ ਰਚਿਓ ਜਾਨੋ ਚਤਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਨ। ਅੱਗ ਤੇ ਹਵਾ, ਆਕਾਸ਼ ਤੇ ਮਿੱਟੀ ਤੇ ਪੌਣ, ਇਹ 5 ਤੱਤਾਂ ਦੀ ਦੇਹੀ ਦੀ ਰਚਨਾ ਹੈ। ਗੁਰੂ ਸਾਹਿਬ ਜੀ ਕਹਿੰਦੇ 6ਵੀਂ ਇਹਦੇ ਵਿੱਚ ਪਰਿਪੂਰਨ ਪ੍ਰਮਾਤਮਾ ਦੀ ਆਤਮਾ ਹੈ, ਜੋਤ, ਜਿਹੜੀ ਸਭ ਦੇ ਵਿੱਚ ਬੋਲ ਰਹੀ ਹੈ, ਕੰਮ ਕਰ ਰਹੀ ਹੈ, ਜਿਹਨੂੰ ਗੁਰੂ ਸਾਹਿਬ ਜੀ ਨੇ ਬਾਣੀ ਵਿੱਚ ਜ਼ਿਕਰ ਕੀਤਾ, ਸਭ ਮੇਂ ਜੋਤ ਜੋਤ ਹੈ ਸੋਏ ਤਿਸ ਦਾ ਚਾਨਣ
ਸਭ ਮੇਂ ਚਾਨਣ ਹੋਏ। ਉਹ ਜੋਤ ਪਰਿਪੂਰਨ ਪਰਮਾਤਮਾ ਨੇ ਸਭ ਦੇ ਵਿੱਚ ਪਾਈ ਹੋਈ ਹੈ, ਜਿਹੜੀ ਕੰਮ ਕਰ ਰਹੀ ਹੈ, ਜਿਹਦੀ ਸੱਤਾ ਦੇ ਨਾਲ ਆਪਾਂ ਦੌੜੇ ਭੱਜੇ ਫਿਰਦੇ ਹਾਂ, ਕੰਮਕਾਰ ਵਿਹਾਰ ਕਰਦੇ ਫਿਰਦੇ ਹਾਂ। ਇਹ ਪੰਜ ਤੱਤਾਂ ਦੀ ਦੇਹੀ ਛੇਵੀਂ ਵਿੱਚ ਪਰਮਾਤਮਾ ਦੀ ਜੋਤ, ਜਿਵੇਂ ਇੱਕ ਗੱਡੀ ਭਾਵੇਂ ਕਿੰਨੀ ਵੀ ਮਹਿੰਗੀ ਕਿਉਂ ਨਾ ਹੋਵੇ, ਪਰ ਡਰਾਈਵਰ ਤੋਂ ਬਿਨਾ ਗੱਡੀ ਕਿਸ ਕੰਮ ਦੀ ਨਹੀਂ ਹੈ, ਇਸੇ ਤਰ੍ਹਾਂ ਇਹ ਸਰੀਰ ਵੀ ਤਾਂ ਹੀ ਕੰਮ ਕਰਦਾ ਜੇ ਇਹਦੇ ਵਿੱਚ ਪਰਮਾਤਮਾ ਦੀ ਪਾਈ ਵੀ ਜੋਤ ਆਤਮਾ ਇਹਦੇ ਵਿੱਚ ਮੌਜੂਦ ਹੈ। ਜਿੱਦਣ ਪਰਮਾਤਮਾ ਦੀ ਜੋਤ ਵਿੱਚੋਂ ਨਿਕਲ ਜਾਂਦੀ ਹੈ, ਪਰਮਾਤਮਾ ਉਹਨੂੰ ਬੁਲਾ ਲੈਂਦਾ ਹੈ, ਤਾਂ ਉਸੇ ਤਰ੍ਹਾਂ ਹੀ ਇਹਦੇ ਹੱਥ ਪੈਰ ਮਸਤਕ ਅੱਖਾਂ ਜੀਭ ਸਭ ਕੁਝ ਪਿਆ ਹੁੰਦਾ ਹੈ, ਪਰ ਉਹ ਤਾਕਤ ਵਿੱਚੋਂ ਪਰਮਾਤਮਾ ਦੀ ਜਿਹੜੀ ਉਹ ਚਲੀ ਜਾਂਦੀ ਹੈ। ਇਸ ਕਰਕੇ ਸਾਰਾ ਸਰੀਰ ਜਿਹੜਾ ਉਹ ਡੈੱਡ ਹੋ ਜਾਂਦਾ। ਸੋ ਸਾਧ ਸੰਗਤ ਜੀ, ਆਪਾਂ ਨੂੰ ਇਹ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਸਮਝਾਉਣਾ ਕਰਦੇ ਨੇ ਕਿ ਸਰੀਰ ਦਾ ਮਨੋਰਥ ਕੀ ਹੈ ਸੰਸਾਰ ਦੇ ਉੱਤੇ ਆਉਣ ਦਾ। ਕਿਉਂਕਿ ਆਪਾਂ ਦੁਨੀਆ ਦੇ ਵਿੱਚ ਜਿੰਨੇ ਵੀ ਵਿਹਾਰ ਕਰਦੇ ਹਾਂ, ਕੰਮ ਕਰਦੇ ਹਾਂ, ਉਹਦੇ ਪਿੱਛੇ ਕੋਈ ਨਾ ਕੋਈ ਮਕਸਦ ਹੁੰਦਾ ਹੈ, ਕੋਈ ਮੈਥਡ ਜ਼ਰੂਰ ਹੁੰਦਾ ਹੈ। ਇਸੇ ਤਰ੍ਹਾਂ ਇਹ ਅਕਾਲ ਪੁਰਖ ਵਾਹਿਗੁਰੂ ਨੇ ਸਰੀਰ ਬਖਸ਼ਿਆ ਹੈ, ਇਹਦੇ ਪਿੱਛੇ ਕੋਈ ਨਾ ਕੋਈ ਕਾਰਨ, ਕੋਈ ਵਜ੍ਹਾ ਜ਼ਰੂਰ ਹੋਏਗੀ। ਤਾਂ ਆਪਾਂ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਕੇ ਪੁੱਛਦੇ ਹਾਂ, ਮਹਾਰਾਜ ਜੀ ਇਹ ਸਰੀਰ ਮਿਲਿਆ ਕਾਹਦੇ ਵਾਸਤੇ ਹੈ? ਇਹ ਕੋਈ ਆਪਣੀ ਮਰਜ਼ੀ ਦੇ ਨਾਲ ਨਹੀਂ ਆਪਾਂ ਸੰਸਾਰ ਦੇ ਉੱਤੇ ਆਏ ਹੋਏ, ਪਰਮਾਤਮਾ ਨੇ ਭੇਜਿਆ ਹੋਇਆ ਤਾਂ ਆਪਾਂ ਸੰਸਾਰ ਤੇ ਆਏ ਹੋਏ ਹਾਂ। ਇਹ ਸਰੀਰਾ ਮੇਰਾ ਹਰ ਤੁਮੇ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਸ੍ਰੀ ਆਨੰਦ ਸਾਹਿਬ ਦੀ ਬਾਣੀ ਵਿੱਚ ਉਪਦੇਸ਼ ਕਰਦੇ ਆ, ਕਹਿੰਦੇ ਸਰੀਰਾ ਮੇਰਾ ਹਰ ਤੁਮੈ ਜੋਤ ਰੱਖੀ ਤਾਂ ਤੂੰ ਜਗ ਮੇ ਆਇਆ। ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੇ ਆਇਆ। ਕਹਿੰਦੇ ਤੇਰੇ ਵਿੱਚ ਪਰਮਾਤਮਾ ਦੀ ਜੋਤ ਮੌਜੂਦ ਹੈ ਤਾਂ ਤੂੰ ਜਗ ਵਿੱਚ ਆਇਆ ਹੋਇਆ। ਫਿਰ ਆਪਾਂ ਸੰਸਾਰ ਦੇ ਵਿੱਚ ਆਉਣ ਵਾਸਤੇ ਸੰਬੰਧ ਬਣਦਾ ਮਾਤਾ ਪਿਤਾ ਦਾ, ਸੰਜੋਗ ਦੇ ਨਾਲ ਬੱਚੇ ਦੀ ਜਿਹੜੀ ਹੋਂਦ ਆ ਪ੍ਰਗਟ ਹੁੰਦੀ ਹੈ। ਗੁਰੂ ਸਾਹਿਬ ਜੀ ਬਾਣੀ ਵਿੱਚ ਬਚਨ ਕਰਦੇ ਆ ਨਾ, ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਮਾਤਾ ਪਿਤਾ ਦੇ ਸੰਜੋਗ ਦੇ ਨਾਲ ਸੰਜੋਗ ਹੁੰਦਾ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਕਹਿੰਦੇ ਨੇ, ਇੱਕ ਤਾਂ ਉਹ ਮਾਤਾ ਪਿਤਾ ਨੇ ਜਿਨ੍ਹਾਂ ਦੇ ਸੰਬੰਧ ਕਰਕੇ ਆਪਣੇ ਆਉਣ ਦਾ ਇੱਥੇ ਆਉਣਾ ਹੋਇਆ। ਦੂਜੇ ਪਾਸੇ ਗੁਰੂ ਸਾਹਿਬ ਜੀ ਕਹਿੰਦੇ ਨੇ, ਹਰ ਆਪੇ ਮਾਤਾ ਹਰ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ। ਕਹਿੰਦੇ ਉਹ ਪਰਮਾਤਮਾ ਆਪੇ ਹੀ ਮਾਤਾ ਏ, ਆਪੇ ਹੀ ਪਿਤਾ ਏ। ਬਾਣੀ ਦੇ ਵਿੱਚ ਬਹੁਤ ਸਾਰੀ ਜਗ੍ਹਾ ਤੇ ਗੁਰੂ ਸਾਹਿਬ ਜੀ ਉਪਦੇਸ਼ ਕਰਦੇ ਆ, ਤੂੰ ਮੇਰਾ ਮਾਤਾ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਵ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ, ਸਭਨੀ ਥਾਇਓ ਤਾਪ ਹੋ ਕੇਹਾ ਕਾੜਾ ਜੀਓ। ਪਰਮਾਤਮਾ ਸਭ ਦਾ ਮਾਤਾ ਏ, ਸਭ ਦਾ ਪਿਤਾ ਏ, ਸਭ ਦਾ ਮਿੱਤਰ ਵੀ ਹੈ, ਭਰਾਤਾ ਵੀ ਹੈ, ਜੇ ਆਪਾਂ ਉਸ ਗੱਲ ਨੂੰ ਸਮਝ ਸਕੀਏ। ਤੋ ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਪਰਮਾਤਮਾ ਆਪੇ ਹੀ ਮਾਤਾ ਏ, ਆਪੇ ਹੀ ਪਿਤਾ ਹੈ। ਹਰੇ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ। ਜਿਨ੍ਹਾਂ ਦੀ ਕਿਰਪਾ ਦੇ ਨਾਲ ਜਗਤ ਦੇਖਣ ਵਾਸਤੇ ਪਰਮਾਤਮਾ ਨੇ ਸੰਸਾਰ ਤੇ ਆਪਾਂ ਨੂੰ ਭੇਜਿਆ ਹੋਇਆ ਹੈ। ਜਿਨ ਜੀਉ ਪਾਏ ਜਗ ਦਿਖਾਇਆ, ਗੁਰ ਪ੍ਰਸਾਦੀ ਬੁੱਝਿਆ। ਫਿਰ ਪਤਾ ਕਿਵੇਂ ਲੱਗੇਗਾ ਇਹ ਸਰੀਰ ਦਾ ਵੀ, ਇੱਕ ਸਰੀਰ ਮਿਲਿਆ ਕਾਹਦੇ ਵਾਸਤੇ ਹੈ? ਗੁਰੂ ਦੀ ਕਿਰਪਾ ਦੇ ਨਾਲ। ਗੁਰ ਪ੍ਰਸਾਦ ਦਾ ਅਰਥ ਹੈ ਗੁਰੂ ਦੀ ਕਿਰਪਾ। ਗੁਰੂ ਦੀ ਕਿਰਪਾ ਕਿਵੇਂ ਹੋਏਗੀ? ਜਿਵੇਂ ਆਪਾਂ ਸੰਗਤ ਵਿੱਚ ਆ ਕੇ ਬਾਣੀ ਪੜ੍ਹਦੇ ਹਾਂ, ਕੀਰਤਨ ਸੁਣਦੇ ਹਾਂ, ਗੁਰਬਾਣੀ ਦੀ ਇਤਿਹਾਸ ਦੀ ਵਿਚਾਰ ਸੁਣਦੇ ਹਾਂ, ਉਤੋਂ ਸਮਝ ਪੈਂਦੀ ਹੈ, ਸੋਝੀ ਆਉਂਦੀ ਹੈ ਕਿ ਜੀਵਨ ਮਿਲਿਆ ਕਾਹਦੇ ਵਾਸਤੇ। ਇਸ ਤਰ੍ਹਾਂ ਇਹ ਜਿਵੇਂ ਸਕੂਲਾਂ ਦੇ ਵਿੱਚ ਜਿਨ੍ਹਾਂ ਨੇ ਕੋਈ ਵਿੱਦਿਆ ਹਾਸਲ ਕਰਨੀ ਆ, ਉਹਨਾਂ ਨੂੰ ਸਕੂਲ ਦੇ ਵਿੱਚ ਜਾ ਕੇ ਟੀਚਰ ਸਾਹਿਬਾਨਾਂ ਦੀ ਸੰਗਤ ਕਰਨੀ ਪੈਂਦੀ ਹੈ ਕਈ ਘੰਟਿਆਂ ਬੱਧੀ। ਹੁਣ ਇੱਥੇ ਤਾਂ ਆਪਾਂ 1 ਘੰਟਾ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਬੈਠਣਾ ਹੋਵੇ, ਉਹ ਵੀ ਆਪਾਂ ਸੋਚਦੇ ਰਹਿੰਦੇ ਹਾਂ ਵੀ ਕਦੋਂ ਸਮਾਪਤੀ ਹੋਏਗੀ, ਕਦੋਂ ਉੱਠਾਂਗੇ, ਕਦੋਂ ਜਾਵਾਂਗੇ। ਪਰ ਤੁਸੀਂ ਦੇਖ ਲਓ, ਜਿਨ੍ਹਾਂ ਬੱਚਿਆਂ ਨੇ ਕਿਸੇ ਮੰਜ਼ਿਲੇ ਮਕਸੂਦ ਤੇ ਪਹੁੰਚਣਾ ਹੁੰਦਾ, ਉਹ
ਰੈਗੂਲਰ ਰੂਟੀਨ ਦੇ ਨਾਲ ਆਪਣੀ ਪੜ੍ਹਾਈ ਜਿਹੜੀ ਆ ਉਹ ਜਾਰੀ ਰੱਖਦੇ ਆ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਸੰਗਤ ਦੇ ਵਿੱਚ ਆ ਕੇ ਜਦੋਂ ਤੂੰ ਸੰਗਤ ਕਰੇਗਾ ਨਾ, ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜੇਗਾ, ਫਿਰ ਗੁਰੂ ਦੀ ਕਿਰਪਾ ਹੋਏਗੀ ਤੇਰੇ ਉੱਤੇ। ਗੁਰ ਪ੍ਰਸਾਦੀ ਬੁੱਝਿਆ, ਫਿਰ ਕਹਿੰਦੇ ਤੈਨੂੰ ਸੰਸਾਰ ਦਾ ਪਤਾ ਲੱਗੇਗਾ ਵੀ ਸੰਸਾਰ ਵਸਤੂ ਕੀ ਹੈ। ਗੁਰ ਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ, ਚਲਤ ਨਦਰੀ ਆਇਆ। ਕਹਿੰਦੇ ਗੁਰੂ ਦੀ ਕਿਰਪਾ ਦੇ ਨਾਲ ਕਹਿੰਦੇ ਤੈਨੂੰ ਸੁੱਝ ਆਏਗੀ ਵੀ ਜਿਹੜੇ ਸੰਸਾਰ ਨੂੰ ਤੂੰ ਸੱਚ ਮੰਨੀ ਬੈਠਾ ਹੈ ਨਾ, ਇਹ ਅਸਲ ਵਿੱਚ ਸੱਚ ਹੈ ਨਹੀਂ। ਇਹ ਰਚਨਾ ਹੈ ਪਰਮਾਤਮਾ ਦੀ, ਅੱਜ ਹੈ ਇਹ, ਸਮਾਂ ਪਾ ਕੇ ਨਹੀਂ ਹੋਏਗੀ। ਬਾਬਾ ਫਰੀਦ ਜੀ ਵੀ ਬਾਣੀ ਵਿੱਚ ਆਪਣੇ ਸ਼ਲੋਕਾਂ ਦੇ ਵਿੱਚ ਬਚਨ ਕਰਦੇ ਆ ਨਾ, ਫਰੀਦਾ ਇੰਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ। ਕਹਿੰਦੇ ਆ ਦੋ ਨਿੱਕੀਆਂ ਨਿੱਕੀਆਂ ਅੱਖਾਂ ਨੇ ਜਿਹੜੀਆਂ ਪ੍ਰਮਾਤਮਾ ਨੇ ਆਪਾਂ ਨੂੰ ਬਖਸ਼ੀਆਂ ਨੇ ਨਾ, ਨੇਤਰ ਬਹੁਤ ਛੋਟੇ ਛੋਟੇ ਆ, ਪਰ ਕਹਿੰਦੇ ਦੇਖ ਲਓ ਪ੍ਰਮਾਤਮਾ ਦੀ ਕਿੱਡੀ ਵੱਡੀ ਸ਼ਕਤੀ ਹੈ ਵੀ ਇਹ ਛੋਟੇ ਛੋਟੇ ਨੇਤਰ ਕਿੰਨੀ ਦੁਨੀਆ ਦੇਖਦੇ ਆ ਸਵੇਰ ਤੋਂ ਸ਼ਾਮ ਤੱਕ। ਹੈ ਛੋਟੀਆਂ ਛੋਟੀਆਂ ਅੱਖਾਂ ਨੇ, ਪਰ ਕਹਿੰਦੇ ਬਹੁਤ ਸੰਸਾਰ ਦੇਖਦੀਆਂ ਨੇ। ਕਈ ਮੀਲਾਂ ਤੱਕ ਦੇਖ ਲੈਂਦੀਆਂ ਨੇ ਅੱਖਾਂ ਵੀ ਉਹ ਐਨੀ ਦੂਰ ਤੋਂ ਕੋਈ ਚੀਜ਼ ਆ ਰਹੀ ਹੈ ਤੁਰੀ। ਪਰ ਬਾਬਾ ਫਰੀਦ ਜੀ ਦਾ ਨਜ਼ਰੀਆ ਦੇਖਣ ਦਾ ਹੋਰ ਹੈ। ਬਾਬਾ ਫਰੀਦ ਜੀ ਕਹਿੰਦੇ ਇੰਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ। ਕਹਿੰਦੇ ਇਹਨਾਂ ਲੱਖਾਂ ਦੇ ਦੇਖਦਿਆਂ ਦੇਖਦਿਆਂ ਕਿੰਨੇ ਲੋਕ ਸੰਸਾਰ ਤੋਂ ਵਿਦਿਆ ਹੋ ਗਏ, ਚਲੇ ਗਏ। ਜਿਵੇਂ ਬਾਬਾ ਜੀ ਪੜ੍ਹਦੇ ਸੀ ਨਾ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਨਿਓਹੇ, ਤੈ ਪਾਸੋਂ ਇਹ ਲੱਦ ਗਏ, ਤੂੰ ਅਜੈ ਨਾ ਪਤੀਣ ਓਹੇ। ਬਾਬਾ ਫਰੀਦ ਜੀ ਕਹਿੰਦੇ ਨੇ ਕਿੱਥੇ ਨੇ ਤੇਰੇ ਮਾਤਾ ਪਿਤਾ ਜਿਨ੍ਹਾਂ ਦੇ ਸੰਜੋਗ ਦੇ ਨਾਲ ਤੇਰਾ ਜਨਮ ਹੋਇਆ। ਜੇ ਆਪਾਂ ਕਹੀਏ ਸਾਡੇ ਮਾਤਾ ਪਿਤਾ ਹਜੇ ਹੈਗੇ ਨੇ ਧਰਤੀ ਤੇ, ਫਿਰ ਮਹਾਰਾਜ ਕਹਿੰਦੇ ਤੇਰੇ ਦਾਦੇ ਪੜਦਾਦੇ ਕਿੱਥੇ ਨੇ? ਆਪਣੇ ਕੋਲ ਕੋਈ ਜਵਾਬ ਨਹੀਂ, ਉਹ ਚਲੇ ਗਏ ਆ। ਇਸੇ ਤਰ੍ਹਾਂ ਹੀ ਬਾਬਾ ਫਰੀਦ ਜੀ ਵੀ ਆਪਾਂ ਨੂੰ ਸਮਝਾਉਂਦੇ ਆ, ਕਹਿੰਦੇ ਤੂੰ ਆਪਣੇ ਹੱਥਾਂ ਦੇ ਨਾਲ ਇਸ਼ਨਾਨ ਕਰਾ ਕੇ ਸਿਵਿਆਂ ਵੱਲ ਵਿਦਿਆ ਕਰਕੇ ਆਨਾ, ਆਪ ਅਗਨ ਭੇਟ ਕਰਦਾ ਹੈ, ਪਰ ਕਹਿੰਦੇ ਤੇਰੇ ਮਨ ਨੂੰ ਕੋਈ ਅਸਰ ਨਹੀਂ ਹੁੰਦਾ ਵੀ ਸੰਸਾਰ ਦੇ ਉੱਤੋਂ ਇੱਕ ਦਿਨ ਤੂੰ ਵੀ ਵਿਦਿਆ ਹੋ ਜਾਣਾ, ਤੈਨੂੰ ਵੀ। ਇਸੇ ਤਰ੍ਹਾਂ ਤੇਰਾ ਸਰੀਰ ਦਾ ਇਸ਼ਨਾਨ ਕਰਾ ਕੇ ਸਿਵਿਆਂ ਵੱਲ ਸਾਰੇ ਮਾਈ ਭਾਈ ਇਕੱਠੇ ਹੋ ਕੇ ਅੰਤਮ ਸੰਸਕਾਰ ਕਰਨਗੇ ਤੇਰੇ ਸਰੀਰ ਦਾ। ਇਹ ਸਾਰੀਆਂ ਗੱਲਾਂ ਆਪਣੇ ਨਾਲ ਨਿੱਤ ਵਾਪਰਦੀਆਂ, ਪਰ ਕਿਸੇ ਦੇ ਮਨ ਤੇ ਅਸਰ ਕਿਉਂ ਨਹੀਂ? ਕਿਉਂਕਿ ਅਸੀਂ ਉਸ ਗੱਲ ਨੂੰ ਪੂਰੀ ਤਰ੍ਹਾਂ ਆਪਣੇ ਮਨ ਦੇ ਉੱਤੇ ਅਸਰ ਨਹੀਂ ਕਰਨ ਦਿੱਤਾ ਉਸ ਗੱਲ ਦਾ ਵੀ ਇਹ ਸੰਸਾਰ ਦੇ ਉੱਤੋਂ ਇੱਕ ਦਿਨ ਆਪਾਂ ਵੀ ਜਾਣਾ। ਆਪਾਂ ਇਹ ਸੋਚਦੇ ਹਾਂ ਪਤਾ ਨਹੀਂ ਲੋਕ ਜਾਂਦੇ ਆ, ਅਸੀਂ ਨਹੀਂ ਜਾਣਾ। ਪਰ ਬਾਬਾ ਕਬੀਰ ਜੀ ਬਾਣੀ ਵਿੱਚ ਆਪਣੇ ਬਚਨ ਕਰਦੇ ਆ, ਕਬੀਰ ਪਾਰੋਸੀ ਕੇ ਜੋ ਹੁਆ ਤੂੰ ਆਪਣੇ ਭੀ ਜਾਣ। ਕਹਿੰਦੇ ਜਿਹੜਾ ਪੜੋਸੀ ਦੇ ਘਰ 70 ਵਿਸ਼ਾ ਹੈ ਨਾ, ਕੋਈ ਪੁਰਾਣੀ ਚੜ੍ਹਾਈ ਕਰ ਗਿਆ, 70 ਵਿਸ਼ਾ ਹੁੰਦਾ, ਸਾਰੇ ਨਗਰ ਵਾਲੇ ਵਾਰੀ ਵਾਰੀ ਆ ਕੇ ਦਿਲਾਸੇ ਦਿੰਦੇ ਆ, ਸੋਗ ਕਰਦੇ ਆ। ਇਸੇ ਤਰ੍ਹਾਂ ਕਹਿੰਦੇ ਸਮਾਂ ਜਿਹੜਾ ਤੁਰਿਆ ਜਾ ਰਿਹਾ, ਤੇਰੇ ਘਰੇ ਵੀ 70 ਵਿਛ ਜਾਣਾ ਇੱਕ ਦਿਨ, ਤੂੰ ਵੀ ਸੰਸਾਰ ਤੋਂ ਵਿਦਿਆ ਹੋਣਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਬਾਣੀ ਵਿੱਚ ਉਪਦੇਸ਼ ਕਰਦੇ ਆ, ਕਹਿੰਦੇ ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ। ਕਹਿੰਦੇ ਮਨਾ ਤੇਰੇ ਉੱਤੇ ਕੋਈ ਅਸਰ ਨਹੀਂ ਹੋ ਰਿਹਾ। ਕਹਿੰਦੇ ਰੋਜ਼ ਕਹਿੰਦੇ ਜਿਵੇਂ ਵਿਆਹਾਂ ਦੀਆਂ ਚਿੱਠੀਆਂ ਹੁੰਦੀਆਂ ਨੇ ਨਾ ਅੱਜ ਕੱਲ੍ਹ, ਕਾਰਡ, ਉਹ ਇੱਕ ਵਿਅਕਤੀ ਜਿਹੜਾ ਸਾਰੇ ਰਿਸ਼ਤੇਦਾਰੀਆਂ ਦੇ ਵਿੱਚ ਨਗਰ ਦੇ ਵਿੱਚ ਕਾਰਡ ਵੰਡਦਾ ਵੀ ਫਲਾਣੀ ਤਰੀਕ ਦਾ ਫਲਾਣੇ ਬੰਦੇ ਦਾ ਵਿਆਹ ਹੈ, ਤੇ ਉਹ ਸਾਰੇ ਘਰਾਂ ਦੇ ਵਿੱਚ ਕਾਰਡ ਪਹੁੰਚ ਜਾਂਦੇ ਨੇ। ਇਸੇ ਤਰ੍ਹਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਤੈਨੂੰ ਵੀ ਸੁਚੇਤ ਹੋਣਾ ਚਾਹੀਦਾ, ਜਿਹੜੇ ਸੱਦੜੇ ਅੱਜ ਤੇਰੇ ਗੁਆਂਢ ਵਿੱਚੋਂ ਕਿਸੇ ਦੀ ਅਰਥੀ ਉੱਠ ਰਹੀ ਹੈ, ਕੱਲ ਨੂੰ ਤੂੰ ਵੀ ਸੰਸਾਰ ਦੇ ਉੱਤੋਂ ਚਲੇ ਜਾਣਾ ਹੈ। ਘਰ ਘਰ ਇਹੋ ਪਹੁੰਚਾ, ਘਰ ਘਰ ਕਹਿੰਦੇ ਆਵਾਜ਼ਾਂ ਆ ਰਹੀਆਂ ਨੇ, ਸੱਦੜੇ ਆ ਰਹੇ ਨੇ, ਮੈਸੇਜ ਆ ਰਹੇ ਨੇ ਵੀ ਭਾਈ ਸੰਸਾਰ ਤੋਂ ਚਲੇ ਜਾਣਾ। ਸੱਦੜੇ ਨਿਤ ਪਵਨ ਸੱਦਨਹਾਰਾ ਸਿਮਰਿਆ ਨਾਨਕ ਸੇ ਦੇਹ ਆਵੰਨ। ਸੋ ਇਸ ਕਰਕੇ ਬਾਬਾ ਫਰੀਦ ਜੀ ਬਚਨ ਕਰ ਰਹੇ ਹੈ, ਇੰਨੀ ਲੋਇਣੀ ਦੇਖਦਿਆਂ ਕੀਤੀ ਚੱਲ ਗਈ।
ਕਹਿੰਦੇ ਆ ਅੱਖਾਂ ਨਿੱਕੀਆਂ ਨਿੱਕੀਆਂ ਨੇ, ਬਹੁਤ ਸਾਰੀ ਦੁਨੀਆ ਦੇਖੀ ਆ, ਹੁਣ ਆਪਾਂ ਦੇਖ ਹੀ ਰਹੇ ਹਾਂ ਸੰਸਾਰ ਨੂੰ। ਅੱਖਾਂ ਜਿਹੜੀਆਂ ਨੇ ਦਿਨ ਰਾਤ ਦੇਖ ਹੀ ਰਹੀਆਂ ਨੇ। ਜਿਹਨੂੰ ਪੁੱਛ ਲਓ ਵੀ ਹੁਣ ਤਾਂ ਬਹੁਤ ਸੰਸਾਰ ਦੇਖ ਲਿਆ, ਵੀ ਹੁਣ ਬਾਣੀ ਪੜਿਆ ਕਰ, ਗੁਰਬਾਣੀ ਦਾ ਪਾਠ ਨਿਤਨੇਮ ਸਿਮਰਨ ਕਰਿਆ ਕਰ, ਤਾਂ ਸਾਧ ਸੰਗਤ ਜੀ ਅੱਗੋਂ ਜਵਾਬ ਆਉਂਦਾ ਵੀ ਹਜੇ ਮੈਂ ਕੀ ਦੇਖਿਆ ਸੰਸਾਰ ਦੇ ਵਿੱਚ, ਅਜੇ ਮੈਂ ਬਹੁਤ ਕੁਝ ਦੇਖਣਾ ਬਾਕੀ ਹੈ। ਦੇਖ ਲਓ ਇਹ ਅੱਖਾਂ ਰੱਜਦੀਆਂ ਕਿਤੇ। ਤਾਂ ਹੀ ਤਾਂ ਮਹਾਰਾਜ ਜੀ ਬਚਨ ਕਰਦੇ ਆ, ਕਹਿੰਦੇ ਅੱਖੀ ਦੇਖ ਨਾ ਰੱਜੀਆਂ ਬਹੁ ਰੰਗ ਤਮਾਸ਼ੇ। ਕਹਿੰਦੇ ਅੱਖਾਂ ਰੱਜੀਆਂ ਨਹੀਂ, ਸਾਰੀ ਦੁਨੀਆ ਦੇਖ ਲਈ। ਜਿਨ੍ਹਾਂ ਦੀ ਹੁਣ 40 ਸਾਲ ਦੀ 20 ਸਾਲ ਦੀ ਉਮਰ ਹੋ ਗਈ, ਉਹਨਾਂ ਨੇ 20 ਸਾਲ 40 ਸਾਲ ਦੁਨੀਆ ਦੇਖੀ ਹੋਈ ਹੈ। ਐਨਕਾਂ ਬੇਸ਼ੱਕ ਲੱਗੀਆਂ, ਪਰ ਜਿਹੜੀ ਦੇਖਣ ਦੀ ਲਾਲਸਾ ਉਹ ਘਟੀ ਨਹੀਂ, ਉਹ ਵੱਧ ਰਹੀ ਹੈ ਦਿਨ ਪਰ ਦਿਨ। ਜਿਹੜੀਆਂ ਐਨਕਾਂ ਲੱਗੀਆਂ ਹੋਈਆਂ ਨੇ ਉਹ ਕੋਈ ਬਾਣੀ ਦੇ ਗੁਟਕੇ ਸਾਹਿਬ ਨਿਤਨੇਮ ਦੀਆਂ ਪੋਥੀਆਂ ਪੜ੍ਹ ਕੇ ਨਹੀਂ ਲੱਗੀਆਂ, ਉਹ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਟੀਵੀ ਸੀਰੀਅਲ ਦੇਖ ਦੇਖ ਕੇ, ਅਖਬਾਰਾਂ ਪੜ੍ਹ ਪੜ੍ਹ ਕੇ, ਮੋਬਾਈਲ ਦੇਖ ਦੇਖ ਕੇ ਅੱਖਾਂ ਦੀ ਨਿਗਾਹ ਘਟੀ ਹੋਈ ਹੈ। ਕੋਈ ਬਾਣੀ ਪੜ੍ਹ ਕੇ, ਸਿਮਰਨ ਕਰਕੇ, ਇਤਿਹਾਸ ਪੜ੍ਹ ਕੇ ਨਹੀਂ ਘਟੀ ਨਿਗਾਹ। ਜਿਹਦੇ ਵਾਸਤੇ ਆ ਸਰੀਰ ਮਿਲਿਆ, ਆਪਾਂ ਗੁਰੂ ਸਾਹਿਬ ਜੀ ਨੂੰ ਜੇ ਪੁੱਛੀਏ ਨਾ, ਮਹਾਰਾਜ ਨੇ ਸਰੀਰ ਦੇ ਇੱਕ ਇੱਕ ਅੰਗ ਬਾਰੇ ਸਮਝਾਇਆ ਬਾਣੀ ਵਿੱਚ, ਇੱਕ ਇੱਕ ਅੰਗ ਬਾਰੇ। ਗੁਰੂ ਮਹਾਰਾਜ ਜੀ ਬਚਨ ਕਰਦੇ ਆ ਬਾਣੀ ਦੇ ਵਿੱਚ, ਕਹਿੰਦੇ ਆ ਨੇਤਰ ਕਾਹਦੇ ਵਾਸਤੇ ਮਿਲਿਆ ਤੈਨੂੰ। ਜੇ ਪੁੱਛ ਲਿਆ ਆਪਾਂ ਨੂੰ ਨੇਤਰ ਕਾਹਦੇ ਵਾਸਤੇ ਮਿਲਨੇ, ਆਪਾਂ ਤੇ ਕਵਾਂਗੇ ਸੰਸਾਰ ਦੇਖਣ ਵਾਸਤੇ ਮਿਲੇ ਆ। ਮਹਾਰਾਜ ਕਹਿੰਦੇ ਨਹੀਂ, ਇਹ ਨੇਤਰ ਮਿਲਿਆ ਬਾਣੀ ਦੇ ਦਰਸ਼ਨ ਕਰਨ ਵਾਸਤੇ, ਸੰਗਤ ਦੇ ਦਰਸ਼ਨ ਦੀਦਾਰ ਕਰਨ ਵਾਸਤੇ, ਗੁਰੂ ਕੇ ਸਥਾਨਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਮਿਲੇ ਆ ਨੇਤਰ। ਇਹ ਨੇਤਰੋ ਮੇਰਿਓ ਹਰ ਤੁਮੇ ਜੋਤ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ। ਦੇਖ ਲਓ ਮਹਾਰਾਜ ਕਿੰਨਾ ਸੁਚੇਤ ਕਰਦੇ ਆ। ਕਹਿੰਦੇ ਅੱਖਾਂ ਨੂੰ ਮਹਾਰਾਜ ਕਹਿੰਦੇ ਇਹ ਨੇਤਰੋ ਬਾਣੀ ਤੋਂ ਬਿਨਾਂ ਕਹਿੰਦੇ ਹੋਰ ਵਸਤੂ ਦੇ ਦਰਸ਼ਨ ਨਾ ਕਰਿਓ। ਇਹ ਨੇਤਰੋ ਮੇਰੇ ਹਰ ਤੁਮੈ ਜੋ ਧਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ। ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਕਹਿੰਦੇ ਜਿਹੜੇ ਸੰਸਾਰ ਨੂੰ ਤੂੰ ਦੇਖ ਕੇ ਅੱਖਾਂ ਦੇ ਨਾਲ ਮਨ ਦੇ ਵਿੱਚ ਮੈਲ ਪੈਦਾ ਕਰਦਾ ਹੈ ਨਾ, ਸੰਸਾਰ ਨੂੰ ਦੇਖ ਦੇਖ ਕੇ ਮਨ ਦੇ ਵਿੱਚ ਮੈਲ ਪੈਦਾ ਕਰਦਾ, ਮਹਾਰਾਜ ਕਹਿੰਦੇ ਜੇ ਤੂੰ ਸਿਮਰਨ ਕਰੇ ਨਾ, ਬਾਣੀ ਦਾ ਅਭਿਆਸ ਕਰੇ, ਤਾਂ ਕਹਿੰਦੇ ਤੈਨੂੰ ਆਹੀ ਸੰਸਾਰ ਦੇ ਵਿੱਚੋਂ ਰੱਬ ਦੇ ਵੀ ਦਰਸ਼ਨ ਹੋ ਜਾਣਗੇ। ਕਿਉਂਕਿ ਪਰਮਾਤਮਾ ਤੇ ਘਟ ਘਟ ਦੇ ਵਿੱਚ ਰਮਿਆ ਹੋਇਆ ਨਾ, ਘਟ ਘਟ ਮੈਂ ਅਰਜੂ ਬਸੈ ਸੰਤਨ ਕਹਿਓ ਪੁਕਾਰ। ਪਰਮਾਤਮਾ ਸਾਰੇ ਘਟਾਂ ਦੇ ਵਿੱਚ ਮੌਜੂਦ ਹੈ, ਪਰ ਦਿਖਦਾ ਕਿਵੇਂ ਹੈ? ਦਿਖਦਾ ਸਿਮਰਨ ਕਰਕੇ ਹੈ, ਕਮਾਈ ਕਰਕੇ ਹੈ, ਬੰਦਗੀ ਕਰਕੇ ਹੈ। ਤੇ ਇਸ ਕਰਕੇ ਮਹਾਰਾਜ ਜੀ ਸਾਨੂੰ ਸੁਚੇਤ ਕਰਦੇ ਆ, ਕਹਿੰਦੇ ਆ ਨੇਤਰ ਜਿਹੜੇ ਨੇ ਨਾ ਇਹ ਬਾਣੀ ਪੜ੍ਹਨ ਨੂੰ ਲਾਏ ਹੋਏ ਆ। ਬਾਣੀ ਦੇ ਦਰਸ਼ਨ ਕਰਨੋਂ ਵੀ ਆਪਾਂ ਅੱਖਾਂ ਦੇ ਨਾਲ ਦਰਸ਼ਨ ਕਰਕੇ ਬਾਣੀ ਦਾ ਜਾਪ ਕਰ ਸਕੀਏ, ਇਤਿਹਾਸ ਪੜ੍ਹ ਸਕੀਏ, ਗੁਰੂ ਕੇ ਤੀਰਥ ਅਸਥਾਨਾਂ ਦੇ ਆਪਾਂ ਦਰਸ਼ਨ ਦੀਦਾਰ ਕਰ ਸਕੀਏ। ਇਸ ਕਰਕੇ ਨੇਤਰ ਮਿਲੇ ਹੋਏ ਆ ਆਪਾਂ ਨੂੰ। ਪਰ ਇਹਦੇ ਵਿਰੁੱਧ ਆਪਾਂ ਉਲਟ ਜਾਂਦੇ ਆ, ਸੰਸਾਰ ਭਰ ਦੇ ਵਿੱਚ ਆਪਾਂ ਘੁੰਮਦੇ ਆ, ਉਹ ਜੁਬਾ ਦੇਖੀਏ ਜਾ ਕੇ, ਉਹ ਦੇਖੀਏ ਜਾ ਕੇ, ਰੱਜਦੇ ਨਹੀਂ ਆਪਾਂ ਸੰਸਾਰ ਦੇ ਵਿੱਚ। ਪਰ ਇਸ ਵਾਸਤੇ ਨੇਤਰ ਨਹੀਂ ਲੱਗੇ ਹੋਏ। ਸੋ ਗੁਰੂ ਮਹਾਰਾਜ ਜੀ ਕਹਿੰਦੇ ਨੈਣ ਨਾ ਦੇਖੇ ਸਾਧ ਸੇ ਨੈਣ ਬਹਾਲਿਆ। ਕਹਿੰਦੇ ਜਿਹੜੇ ਨੈਣ, ਜਿਹੜੇ ਅੱਖਾਂ ਸੰਗਤ ਦੇ ਦਰਸ਼ਨ ਨਹੀਂ ਕਰਦੀਆਂ, ਬਾਣੀ ਦੇ ਦਰਸ਼ਨ ਨਹੀਂ ਕਰਦੀਆਂ, ਇਹੋ ਜਿਹੀਆਂ ਅੱਖਾਂ ਤੋਂ ਤਾਂ ਮਹਾਰਾਜ ਕਹਿੰਦੇ ਨੇ ਨੇਤਰਹੀਣ ਹੋ ਜਾਣਾ ਚਾਹੀਦਾ। ਨੈਣ ਨਾ ਦੇਖੇ ਸਾਧ ਸੇ ਨੈਣ ਬਹਾਲਿਆ। ਅੱਗੇ ਬਚਨ ਕਰਦੇ ਆ, ਕਰਨ ਨਾ ਸੁਣਹੀ ਨਾਦ ਕਰਨ ਮੁੰਦ ਘਾਲਿਆ। ਕਹਿੰਦੇ ਆ ਕੰਨ ਜਿਹੜੇ ਨੇ ਨਾ, ਤੁਸੀਂ ਦੇਖ ਲਓ ਸਾਰੇ ਭੈਣ ਭਰਾ ਵੀਰ ਬੈਠੇ ਹੋਏ ਨੇ, ਸਾਰਿਆਂ ਦੇ ਮਨ ਦੇ ਵਿੱਚ ਪੱਕਾ ਰੋਜ਼ ਇੱਕ ਵਾਰੀ ਵਿਚਾਰ ਆਂਦੀ ਵੀ ਕੁਝ ਨਾ ਕੁਝ ਸੁਣੀਏ ਕੰਨਾਂ ਦੇ ਵਿੱਚ। ਪਰ ਇੱਕ ਗੱਲ ਚੇਤੇ ਰੱਖਿਓ, ਗੁਰੂ ਸਾਹਿਬ ਦੀ ਬਾਣੀ ਜੇ ਆਪਾਂ ਪੜ੍ਹਦੇ ਆ, ਸੁਣਦੇ ਆ, ਤੇ ਅਸਰ ਨਹੀਂ ਕਰਦੇ ਕੋਈ ਵੀ ਬਾਣੀ ਦਾ। ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਸ਼ਾਂ ਨੂੰ
ਕਿਸੇ ਨੇ ਬੇਨਤੀ ਕੀਤੀ ਸੀਗੀ, ਕਹਿੰਦੇ ਮਹਾਂਪੁਰਸ਼ੋ ਵੀ ਆਪ ਜੀ ਵਚਨ ਕਰਦੇ ਹੋ ਵੀ ਗੁਰਬਾਣੀ ਦਾ ਜਿਹੜਾ ਇੱਕ ਇੱਕ ਵਚਨ ਹੈ ਵੀ ਜੇ ਕੋਈ ਗੌਰ ਦੇ ਨਾਲ ਸੁਣ ਲਵੇ, ਮੰਨ ਲਵੇ, ਕਮਾ ਲਵੇ, ਉਹਦੇ ਜਿਹੜਾ ਜੀਵਨ ਹੈ ਉਹ ਸਫਲਾ ਹੋ ਜਾਂਦਾ, ਉੱਚਾ ਸੁੱਚਾ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਹਾਂ ਭਾਈ, ਬਾਣੀ ਦਾ ਬਚਨ ਹੈ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਕਿਨਕਾ ਏਕ ਜੀ ਬਸਾਵੈ ਤਾਂ ਕੀ ਮਹਿਮਾ ਗਣੀ ਨਾ ਆਵੈ। ਉਹ ਕਹਿੰਦਾ ਬਾਬਾ ਜੀ ਵੀ ਅਸੀਂ ਤਾਂ ਬਾਣੀ ਪੜ੍ਹਦੇ ਹਾਂ, ਸਾਡੇ ਤਾਂ ਅਸਰ ਕਿਉਂ ਨਹੀਂ ਹੁੰਦਾ? ਬਾਬਾ ਈਸ਼ਰ ਸਿੰਘ ਜੀ ਕਹਿੰਦੇ ਕੋਈ ਨਾ ਭਾਈ, ਤੈਨੂੰ ਦੱਸ ਦਿੰਦੇ ਆ ਵੀ ਕਿਉਂ ਨਹੀਂ ਹੁੰਦਾ। ਕਹਿੰਦੇ ਇਸ ਤਰ੍ਹਾਂ ਹੈ ਵੀ ਜਿਵੇਂ ਆਪਾਂ ਕੋਈ ਵੀ ਕਿਸ ਤਰ੍ਹਾਂ ਦੀ ਵਸਤੂ, ਕੋਈ ਪਦਾਰਥ, ਜਿਵੇਂ ਮੰਨ ਲਓ ਆਪਾਂ ਮਿੱਠਾ ਪਾਣੀ ਜਿਹੜਾ ਉਹ ਤਿਆਰ ਕਰ ਲਈਏ, ਉਹਨੂੰ ਤਿਆਰ ਕਰਕੇ ਆਪਣੇ ਗਲੇ ਦੇ ਵਿੱਚ, ਮੂੰਹ ਦੇ ਵਿੱਚ ਪਾ ਕੇ ਗਰਾਰੇ ਕਰਕੇ ਬਾਹਰ ਸੱਟੀ ਜਾਈਏ। ਹੁਣ ਜਿੰਨੇ ਤੱਕ ਉਹ ਅੰਦਰ ਨਹੀਂ ਜਾਂਦਾ ਉਹਨੇ ਤੱਕ ਅਸਰ ਤਾਂ ਨਹੀਂ ਹੋਣਾ ਉਹਦਾ। ਬਾਬਾ ਈਸ਼ਰ ਸਿੰਘ ਜੀ ਕਹਿੰਦੇ ਦੁਨੀਆ ਬਾਣੀ ਪੜ੍ਹਦੀ ਜ਼ਰੂਰ ਹੈ, ਪਰ ਕਹਿੰਦੇ ਉਹਨੂੰ ਇੱਕ ਜੀਭਾ ਤੱਕ ਹੀ ਸੀਮਤ ਰੱਖਦੀ ਹੈ, ਹਿਰਦੇ ਦੇ ਵਿੱਚ ਵਸਾਉਂਦੀ ਨਹੀਂ। ਇਹ ਬਾਬਾ ਜੀ ਦੇ ਬਚਨ ਨੇ, ਰਿਕਾਰਡ ਨੇ ਅੱਜ ਵੀ ਕੈਸਟਾਂ ਦੇ ਵਿੱਚ ਬਾਬਾ ਈਸ਼ਰ ਸਿੰਘ ਜੀ ਦੇ। ਕਹਿੰਦੇ ਭਾਈ ਬਾਣੀ ਦਾ ਇਹਦੇ ਵਿੱਚ ਕਸੂਰ ਨਹੀਂ ਹੈ, ਕਸੂਰ ਹੈ ਜਿਹਨੇ ਸਕੂਲ ਦੇ ਵਿੱਚ ਜਾ ਰਿਹਾ ਪਰ ਉਹਦਾ ਧਿਆਨ ਜਿਹੜਾ ਉਹ ਟੀਚਰਾਂ ਦੀ ਪੜ੍ਹਾਈ ਵੱਲ ਨਹੀਂ, ਜੋ ਪੜ੍ਹਾਇਆ ਜਾ ਰਿਹਾ ਉਹ ਗੌਰ ਦੇ ਨਾਲ ਪੜ੍ਹ ਨਹੀਂ ਰਿਹਾ, ਸੁਣ ਨਹੀਂ ਰਿਹਾ। ਫਿਰ ਉਹ ਕਿਵੇਂ ਪਾਸ ਹੋਏਗਾ, ਫਸਟ ਕਿਵੇਂ ਆਏਗਾ? ਉਹ ਤਾਂ ਹੀ ਆਏਗਾ ਨਾ ਜੇ ਉਹਦਾ ਪੂਰਾ ਧਿਆਨ ਕੇਂਦਰ ਪੜ੍ਹਾਈ ਦੇ ਉੱਤੇ ਹੋਏਗਾ। ਸੋ ਇਸੇ ਤਰ੍ਹਾਂ ਸਾਧ ਸੰਗਤ ਜੀ ਲੋੜ ਹੈ, ਮਹਾਰਾਜ ਨੇ ਬਾਣੀ ਦੇ ਵਿੱਚ ਵੀ ਐਸਾ ਉਪਦੇਸ਼ ਕੀਤਾ, ਕਹਿੰਦੇ ਦੁਨੀਆ ਬਾਣੀ ਪੜ੍ਹਦੀ ਜ਼ਰੂਰ ਹੈ। ਹੁਣ ਅਖੰਡ ਪਾਠ ਸਾਹਿਬ ਹੁੰਦਾ, ਇੱਕ ਓਂਕਾਰ ਤੋਂ ਬਾਣੀ ਆਰੰਭ ਹੋ ਜਾਂਦੀ ਹੈ, 18, 10, 20 ਤੱਕ 48 ਘੰਟੇ ਗੁਰਬਾਣੀ ਦੇ ਪਾਠ ਹੁੰਦੇ ਨੇ। ਹੁਣ ਸੋਚਣ ਵਾਲੀ ਗੱਲ ਹੈ, ਆਪਾਂ ਸਾਰੇ ਘਰਾਂ ਦੇ ਵਿੱਚ ਕਰਦੇ ਹਾਂ, ਪਰ ਕੋਈ ਬੰਦਾ ਤੁਹਾਡੇ ਵਿੱਚੋਂ ਇਹ ਨਹੀਂ ਕਹਿ ਸਕਦਾ ਵੀ ਅਸੀਂ ਵੀ ਵਾਰੀ ਜੇ ਘਰ ਦੇ 5 ਮੈਂਬਰ ਨੇ 2-2 ਘੰਟੇ ਬੈਠ ਕੇ ਜੇ ਕਿਸੇ ਨੇ ਬਾਣੀ ਸੁਣੀ ਹੋਏਗੀ ਤਾਂ 10 ਘੰਟੇ ਲੰਘ ਜਾਂਦੇ ਆ, ਪਰ ਸੁਣੇ ਕੌਣ? ਪਾਠ ਆਰੰਭ ਕਰਵਾ ਦਿੱਤਾ, ਮੁੜ ਕੇ ਪਤਾ ਲੱਗਦਾ ਮੱਧ ਲੱਗ ਗਿਆ, ਮੱਧ ਦੀ ਅਰਦਾਸ ਵਿੱਚ ਆਨੇ ਆਪਾਂ 5 ਮਿੰਟ, ਇਹ ਪਤਾ ਲੱਗਦਾ ਵੀ ਭੋਗ ਪੈ ਗਿਆ। ਬਸ ਇੱਥੇ ਕਿ ਜੇ ਕੰਮ ਹੈ ਆਪਣਾ। ਪਰ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ, ਜਪਜੀ ਸਾਹਿਬ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਬਚਨ ਹੈ, ਕਹਿੰਦੇ ਭਲਾ ਤਾਂ ਹੀ ਹੋਏਗਾ ਜੇ ਆਪਾਂ ਗੁਰੂ ਕੀ ਬਾਣੀ ਨੂੰ ਸੁਣਾਂਗੇ, ਸੁਣ ਕੇ ਮੰਨਾਂਗੇ, ਮੰਨ ਕੇ ਕਮਾਵਾਂਗੇ। ਸੁਣ ਕੇ ਮੰਨਿਆ ਅਮਲ ਕੀਤਾ, ਮੰਨ ਕੇ ਉਹਨਾਂ ਦੇ ਬੇੜੇ ਪਾਰ ਹੋਣਗੇ। ਸੁਣ ਕੇ ਮੰਨਿਆ ਅਮਲ ਕੀਤਾ, ਮੰਨ ਕੇ ਉਹਨਾਂ ਦੇ ਬੇੜੇ ਪਾਰ ਹੋਣਗੇ।
ਗੁਰੂ ਨਾਨਕ ਦੇਵ ਜੀ ਮਹਾਰਾਜ ਜਪਜੀ ਸਾਹਿਬ ਦੀ ਬਾਣੀ ਵਿੱਚ ਰੋਜ਼ ਆਪਾਂ ਨੂੰ ਉਪਦੇਸ਼ ਕਰਦੇ ਆ, ਸੁਣਿਆ, ਮੰਨਿਆ, ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ। ਮਹਾਰਾਜ ਕਹਿੰਦੇ ਸਭ ਤੋਂ ਪਹਿਲਾਂ ਗੁਰੂ ਕਾ ਉਪਦੇਸ਼, ਗੁਰੂ ਕੀ ਬਾਣੀ, ਗੁਰੂ ਕੀ ਵਿਚਾਰ ਸਰਵਣ ਕਰਨੀ ਹੈ। ਇਹ ਪਹਿਲਾ ਸਟੈਪ ਹੈ ਸਤਸੰਗੀ ਦਾ। ਜਿਵੇਂ ਆਪਾਂ ਬੈਠ ਕੇ ਸਰਵਣ ਕਰ ਰਹੇ ਹਾਂ ਨਾ, ਫਿਰ ਸੁਣ ਕੇ ਉਹਨੂੰ ਮੰਨਣਾ ਕਿ ਜੋ ਗੁਰੂ ਮਹਾਰਾਜ ਨੇ ਬਚਨ ਕੀਤਾ, ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ। ਜੇ ਸਾਨੂੰ ਹੁਕਮ ਕੀਤਾ ਗੁਰੂ ਸਾਹਿਬ ਜੀ ਨੇ ਵੀ ਅੰਮ੍ਰਿਤ ਵੇਲੇ ਉੱਠਣਾ ਹੈ ਤਾਂ ਫਿਰ ਉੱਠਣਾ ਹੈ। ਜੇ ਸਾਨੂੰ ਗੁਰੂ ਸਾਹਿਬ ਜੀ ਨੇ ਬੁਲਾਇਆ, ਆਵੋ ਸਿੱਖ ਸਤਿਗੁਰ ਕੇ ਪਿਆਰਿਓ ਗਾਵੋ ਸੱਚੀ, ਫਿਰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਬਾਣੀ ਦਾ ਅਭਿਆਸ ਕਰਨਾ ਹੈ। ਫਿਰ ਬੁਰੇ ਜਿੰਨੇ ਵੀ ਕੰਮ ਨੇ ਉਹਨਾਂ ਨੂੰ ਤਿਆਗਣਾ, ਭਲੇ ਦੇ ਕੰਮ, ਸ਼ੁਭ ਕੰਮ, ਜਿੰਨੇ ਵੀ ਚੰਗੇ ਕੰਮ ਨੇ ਉਹ ਜੀਵਨ ਦੇ ਵਿੱਚ ਧਾਰਨੀ ਹੋਣਾ। ਸਬਰ, ਸੰਤੋਖ, ਧੀਰਜ, ਦਇਆ, ਇਹ ਸਿੱਖ ਦੇ ਗੁਣ ਪਾਏ ਜਾਂਦੇ ਆ ਸਿੱਖ ਦੇ ਵਿੱਚ, ਇਹਨਾਂ ਦਾ ਧਾਰਨੀ ਹੋਣਾ। ਨਿੰਦਿਆ, ਚੁਗਲੀ, ਦਵੈਸ਼ਨਾ, ਈਰਖਾ, ਇਹਦਾ ਤਿਆਗ ਕਰਨਾ, ਇਹ ਸਿੱਖ ਦੇ ਗੁਣ ਨੇ। ਸੋ ਇਸ ਕਰਕੇ ਸਾਧ ਸੰਗਤ ਜੀ ਆਪਾਂ ਨੂੰ ਜੀਵਨ ਦੀ ਸੰਗਤ ਦੇ ਵਿੱਚ ਆ ਕੇ ਸੋਝੀ ਆਉਂਦੀ ਹੈ। ਮਹਾਰਾਜ ਜੀ ਬਚਨ ਕਰਦੇ ਆ, ਕਹਿੰਦੇ ਨੈਣ ਨਾ ਦੇਖੇ ਸਾਧ ਸੇ ਨੈਣ ਬਹਾਲਿਆ, ਕਰਨ ਨਾ ਸੁਣਹੀ ਨਾਦ ਕਰਨ ਮੁੰਦ ਘਾਲਿਆ। ਆ ਜਿਹੜੇ ਕੰਨ ਨੇ ਨਾ, ਇਹ ਹੁਣ ਅੱਜ ਕੱਲ ਦੇ ਹਿਸਾਬ ਦੇ ਨਾਲ ਤੁਸੀਂ ਦੇਖ ਲਓ ਆਪਾਂ ਕਿੰਨੇ ਗੀਤ ਸੁਣਦੇ ਆ। ਦਿਨ ਰਾਤ ਜੇ ਆਪਾਂ ਘਰੇ ਆ ਤਾਂ ਵੀ ਗੀਤ ਸੁਣਦੇ ਆ, ਜੇ ਗੱਡੀ 'ਚ ਬੈਠੇ ਆ ਤਾਂ ਵੀ ਗੀਤ ਸੁਣਦੇ ਆ, ਜੇ ਆਪਾਂ ਕਿਤੇ ਟਰੈਕਟਰ ਤੇ ਚੱਲਦੇ ਆ, ਵਾਹਨ ਤੇ ਜਾਂਦੇ ਆ ਤਾਂ ਵੀ ਗੀਤ ਵੱਜ ਰਹੇ ਕੰਨਾਂ 'ਚ। ਇਹ ਕੰਨਾਂ ਨੂੰ ਕੀ ਸੁਣਾ ਰਹੇ ਆਪਾਂ? ਗੁਰੂ ਸਾਹਿਬ ਜੀ ਕਹਿੰਦੇ ਮੇਰੇ ਮੋਹਨ, ਮਹਾਰਾਜ ਜੀ ਬਚਨ ਕਰਦੇ ਆ, ਕਹਿੰਦੇ ਆ ਜਿਹੜੀਆਂ ਆਵਾਜ਼ਾਂ ਨੇ ਨਾ, ਗੀਤ ਨੇ, ਮੇਰੇ ਮੋਹਨ ਸਰਵਣੀ ਇਹ ਨਾ ਸੁਣਾਏ। ਕਹਿੰਦੇ ਨੇ ਇਹ ਕੰਨਾਂ ਨੂੰ ਕਹਿੰਦੇ ਐਸੀ ਆਵਾਜ਼ ਨਾ ਸੁਣਾ ਜਿਨ੍ਹਾਂ ਦੇ ਨਾਲ ਸੁਣਦਿਆਂ ਸਾਰੀ ਮਨ ਜਿਹੜਾ ਭਟਕ ਉੱਠੇ ਤੇਰਾ, ਉਹ ਨਾ ਸੁਣਾ। ਕਹਿੰਦੇ ਹੁਣ ਤੁਸੀਂ ਹਿਸਾਬ ਲਾ ਲਓ, ਜੇ ਆਪਾਂ ਇੱਕ ਦੂਜੇ ਨੂੰ ਪੁੱਛੀਏ ਨਾ ਤਾਂ ਆਪਾਂ ਵਿੱਚੋਂ ਕੋਈ ਹੋਏਗਾ ਜਿਹੜਾ ਕਹੇਗਾ ਵੀ ਮੈਂ ਗੀਤ ਨਹੀਂ ਸੁਣਦਾ। ਨਹੀਂ ਤਾਂ ਅੱਜ ਸਾਰੀ ਦੁਨੀਆ ਜਦੋਂ ਨਿਕਲੀ ਦਾ ਨਾ ਘਰੋਂ ਕਿਤੇ ਬਾਹਰ ਤੁਰਨ ਫਿਰਨ ਵਾਸਤੇ, ਅੱਗੇ ਜੇ ਟਰੈਕਟਰ ਜਾਂਦਾ ਹੋਵੇ ਤਾਂ ਬਹੁਤ ਉੱਚੀ ਆਵਾਜ਼ ਦੇ ਵਿੱਚ ਗੀਤ ਵੱਜਦੇ ਹੁੰਦੇ ਆ। ਕਹਿਣ ਦਾ ਭਾਵ ਕਿ ਆਪਣੀ ਬਿਰਤੀ ਐਸੀ ਹੋ ਚੁੱਕੀ ਹੈ, ਸੰਗਤ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ। ਅਸੀਂ ਜਿੱਥੇ ਬੈਠਦੇ ਹਾਂ ਉੱਥੇ ਵੀ ਗੀਤ ਸੁਣਨਾ ਚਾਹੁੰਦੇ ਹਾਂ, ਜਿੱਥੇ ਵੀ ਜਾਂਦੇ ਹਾਂ। ਤੁਸੀਂ ਵਿਆਹਾਂ ਦੇ ਵਿੱਚ ਰੋਜ਼ ਅਟੈਂਡ ਕਰਦੇ ਹੋ, ਵਿਆਹ ਚਲੇ ਜਾਓ, ਕਿਤੇ ਹੋਰ ਪ੍ਰੋਗਰਾਮ ਚਲੇ ਜਾਓ, ਤੁਸੀਂ ਹਰ ਵੇਲੇ ਕੀ ਦੇਖਦੇ ਹੋ? ਉੱਥੇ ਮਿਊਜ਼ਿਕ, ਗੀਤ ਚੱਲ ਰਹੇ ਆ। ਇਹ ਕੰਨਾਂ ਨੂੰ ਕੀ ਮਿਲ ਰਿਹਾ? ਫਿਰ ਅਸੀਂ ਕਹਿੰਦੇ ਆ ਸਾਨੂੰ ਸ਼ਾਂਤੀ ਨਹੀਂ, ਧੀਰਜ ਨਹੀਂ, ਸਬਰ ਨਹੀਂ, ਸੰਤੋਖ ਨਹੀਂ। ਕਿੱਥੋਂ ਆਏਗਾ ਬਈ ਜਦ ਆਪਾਂ ਬੀਜ ਹੀ ਨਹੀਂ ਬੀਜਿਆ? ਉਹ ਮਹਾਰਾਜ ਜੀ ਬਚਨ ਕਰਦੇ ਆ, ਕਹਿੰਦੇ ਬੀਜੈ ਬਿੱਖ ਮੰਗੈ ਅੰਮ੍ਰਿਤ, ਬਿੱਖ ਹੋਏ ਹੋ ਨਿਆਓ। ਕਹਿੰਦੇ ਕੀ ਕਰੀਏ? ਕਹਿੰਦੇ ਸਾਰੀ ਦੁਨੀਆ ਕਹਿੰਦੇ ਬੀਜ ਰਹੀ ਆ ਜ਼ਹਿਰ ਤੇ ਮੰਗ ਰਹੀ ਆ ਅੰਮ੍ਰਿਤ, ਇਹ ਕਿਵੇਂ ਹੋ ਸਕਦਾ ਹੈ? ਕਹਿੰਦੇ ਤਾਂ ਫਿਰ ਜੋ ਬੀਜੋਗੇ ਭਾਈ, ਫਿਰ ਉਹੋ ਜਿਹਾ ਟੈਸਟ, ਉਹੋ ਜਿਹਾ ਸਵਾਦ ਆਏਗਾ। ਸੋ ਇਸ ਕਰਕੇ ਜਿਹੇ ਜਿਹਾ ਅੱਜ ਆਪਾਂ ਆਪਣਾ ਸੁਭਾਅ ਬਣਾ ਲਿਆ ਸਾਧ ਸੰਗਤ ਜੀ, ਉਹੋ ਜਿਹੀਆਂ ਦੁੱਖ, ਉਹੋ ਜਿਹੀਆਂ ਤਕਲੀਫਾਂ ਵੀ ਸਹਿੜ ਲੀਆਂ ਆਪਾਂ ਜੀਵਨ ਵਿੱਚ। ਸ਼ਾਂਤੀ ਕਿੱਥੇ ਹੈ? ਇਤਫਾਕ ਕਿੱਥੇ ਹੈ? ਪਿਆਰ ਕਿੱਥੇ ਚਲਾ ਗਿਆ? ਪਹਿਲਾਂ ਬਜ਼ੁਰਗ 7-7 ਇਕੱਠੇ ਰਹਿ ਜਾਂਦੇ ਸੀਗੇ, ਹੁਣ ਚੌਥੇ ਦਿਨ ਵਿਆਹ ਤੋਂ ਕੰਧ ਵਿਚਾਲੇ ਉਸਰ ਜਾਂਦੀ ਹੈ, ਕਿਉਂਕਿ ਉਹ ਬਚਨ ਬਜ਼ੁਰਗਾਂ ਦੇ ਸੁਣੇ ਨਹੀਂ ਬੈਠ ਕੇ ਕੋਲ। ਉਹਨਾਂ ਤੋਂ ਪੁੱਛਿਆ ਨਹੀਂ ਤੁਸੀਂ ਕਿਵੇਂ 7-7 ਜਾਣੇ 10-10 ਜਾਣੇ ਇਕੱਠੇ ਰਹਿ ਜਾਂਦੇ ਸੀ। ਉਹ ਤਾਂ ਹੁਣ ਕੋਈ ਲੈਣ ਨੂੰ ਤਿਆਰ ਹੀ ਨਹੀਂ ਬਚਨ ਉਹਨਾਂ ਦੇ। ਕਹਿੰਦੇ ਅਸੀਂ ਬਹੁਤ ਸਿਆਣੇ, ਅਸੀਂ ਦਿਨ ਰਾਤ ਰਿਸਰਚ ਕਰਕੇ ਸਭ ਕੁਝ ਦੇਖਦੇ ਰਹਿੰਦੇ ਹਾਂ ਵੀ ਕੀ ਸਹੀ ਹੈ ਕੀ ਗਲਤ ਹੈ। ਪਰ ਇੱਕ ਗੱਲ ਚੇਤੇ ਦੇ ਵਿੱਚ ਹੀ ਰੱਖ ਲਿਓ, ਜਿਹੜੀ ਗੱਲ ਬਜ਼ੁਰਗਾਂ ਤੋਂ ਮਿਲ ਜਾਏਗੀ ਨੈੱਟ ਦੇ ਕੋਲੋਂ ਨਹੀਂ ਮਿਲਣੀ। ਜਿਹੜੀ ਗੱਲ ਤੁਹਾਨੂੰ ਬਜ਼ੁਰਗਾਂ ਨੇ ਦੱਸ ਦੇਣੀ ਹੈ ਨਾ, ਮਾਂ ਪਿਓ ਨੇ, ਵੀ ਬੇਟਾ ਇੱਥੋਂ ਐ ਲੰਘੀਦਾ, ਇਹ ਜੀਵਨ ਦੇ ਵਿੱਚ ਆ ਗੱਲਾਂ ਆਉਣਗੀਆਂ, ਘਾਟੇ ਵਾਧੇ ਇਹ ਆਉਂਦੇ ਰਹਿਣਗੇ, ਪਰ ਮਨ ਤਗੜਾ ਰੱਖ ਕੇ ਤੁਰਨਾ ਜਿੱਥੇ ਵੀ ਜਾਣਾ ਜ਼ਿੰਦਗੀ 'ਚ। ਇਹ ਬਜ਼ੁਰਗ ਹੀ ਕਹਿ ਸਕਦੇ ਨੇ, ਨੈੱਟ ਨੇ ਨਹੀਂ ਕਹਿਣਾ। ਉਹਦਾ ਜੋ ਭਰੋਗੇ ਉਹਨੇ ਉਹੀ ਚੱਕ ਕੇ ਦਿਖਾ ਦੇਣਾ। ਇਹ ਬਜ਼ੁਰਗਾਂ ਦੇ ਕੋਲੋਂ ਗੱਲਾਂ ਮਿਲਣੀਆਂ ਸੀਗੀਆਂ। ਬਜ਼ੁਰਗ ਦੇ ਕੋਲ ਅੱਜ ਕੱਲ੍ਹ ਤੁਸੀਂ ਸਾਰੇ ਬੈਠੇ ਹੋ, ਕਿਸੇ ਕੋਲ ਟਾਈਮ ਨਹੀਂ ਹੈਗਾ ਵੀ ਮਾਂ ਬਾਪ ਦੇ ਕੋਲ ਬੈਠ ਕੇ ਕਹਿਣਗੇ ਵੀ 5 ਮਿੰਟ
ਸੁਣ ਹੀ ਲਈਏ ਉਹਨਾਂ ਦੀ। ਇੱਕ ਕੋਨੇ ਦੇ ਵਿੱਚ ਬਿਠਾਇਆ ਹੁੰਦਾ ਮੰਜੀ ਦੇ ਕੇ ਵੀ ਤੁਸੀਂ ਹੁਣ ਵਿਹਲੇ ਹੋ ਸਾਰੇ ਪਾਸਿਓਂ। ਸੋ ਜਿਹੜੀਆਂ ਗੱਲਾਂ ਮਾਂ-ਬਾਪ ਦੇ ਪਾਸੋਂ, ਬਜ਼ੁਰਗਾਂ ਸਿਆਣੇ ਪੁਰਸ਼ਾਂ ਦੇ ਪਾਸੋਂ ਮਿਲਣੀਆਂ ਸੀਗੀਆਂ, ਉਹ ਬੰਦ ਹੋ ਗਈਆਂ ਤੇ ਅੱਜ ਜ਼ਿੰਦਗੀ ਜਿਹੜੀ ਨਰਕ ਬਣੀ ਪਈ ਹੈ। ਜਿਹਨੂੰ ਪੁੱਛ ਲਓ ਕਹਿੰਦੇ ਮੈਨੂੰ ਸ਼ਾਂਤੀ ਨਹੀਂ ਹੈ, ਮੇਰੇ ਮਨ ਨੂੰ, ਮੇਰੇ ਘਰ ਵਿੱਚ ਸ਼ਾਂਤੀ ਨਹੀਂ ਹੈ। ਜੇ ਪੁੱਛਣ ਵਾਲਾ ਹੋਵੇ ਵੀ ਕੋਈ ਤੁਹਾਨੂੰ ਕਿਹਨੇ ਐਸੀ ਦਵਾਈ ਦਿੱਤੀ ਜਿਹੜੀ ਸ਼ਾਂਤੀ ਭੰਗ ਹੋ ਗਈ ਹੈ, ਉਹ ਹਰ ਵੇਲੇ ਆਪਣੀ ਕੋਲ ਹੀ ਆਪਣੇ। ਸੋ ਕਹਿਣ ਦਾ ਭਾਵ ਹੈ ਸਾਧ ਸਿੰਘ ਜਿੱਧਰ ਨੂੰ ਆਪਾਂ ਤੁਰੇ ਹੋਏ ਹਾਂ ਫਿਰ ਉਹ ਰਸਤਾ ਕਿਤੇ ਦਾ ਜਾਏਗਾ ਹੀ ਨਾ। ਇਸੇ ਤਰ੍ਹਾਂ ਗੁਰਬਾਣੀ ਸਾਨੂੰ ਸੁਚੇਤ ਕਰਦੀ। ਅਸੀਂ ਅੱਜ ਕੱਲ੍ਹ ਇਹ ਗੱਲ ਖਿਮਾ ਮੰਗ ਕੇ ਕਹਿ ਰਹੇ ਹਾਂ ਕਿ ਅਸੀਂ ਇੱਕ ਰਾਓ ਰੀਤ ਰਿਵਾਜ ਬਣਾ ਕੇ ਬਾਣੀ ਦਾ ਜਾਪ ਕਰਦੇ ਹਾਂ ਵੀ ਲੋਕ ਵੀ ਅਖੰਡ ਪਾਠ ਸਾਹਿਬ, ਸੁਖਮਨੀ ਸਾਹਿਬ ਦਾ ਪਾਠ ਕਰਾਉਂਦੇ, ਆਪਾਂ ਵੀ ਕਰਾ ਰਹੇ ਹਾਂ। ਨਹੀਂ, ਇਹ ਰਾਓ ਰੀਤ ਰਿਵਾਜ ਨਹੀਂ ਹੈ। ਬਾਣੀ ਦਾ ਇੱਕ ਇੱਕ ਵਚਨ ਸਾਧ ਸੰਗਤ ਜੀ ਦੁਨੀਆ ਦੇ ਵਾਸਤੇ ਥਿਉਰੀ ਹੈ, ਥਿਉਰੀ, ਖਜ਼ਾਨਾ ਹੈ। ਪਿਓ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਤਾਂ ਮੇਰਾ ਮਨ। ਇਹ ਪ੍ਰਮਾਤਮਾ ਦੀ ਬਾਣੀ ਇੱਕ ਇੱਕ ਬੋਲ ਦੇ ਵਿੱਚ ਹਜ਼ਾਰਾਂ ਹਜ਼ਾਰਾਂ ਪ੍ਰਮਾਣ ਛੁਪੇ ਹੋਏ ਆ ਦੁਨੀਆ ਦੇ। ਸੋ ਇਸ ਕਰਕੇ ਮਹਾਰਾਜ ਜੀ ਬਚਨ ਕਰ ਰਹੇ ਆ, ਨੈਣ ਨਾ ਦੇਖੇ ਸਾਹ ਸੇ ਨੈਣ ਬਹਾਲਿਆ, ਕਰ ਨਾ ਸੁਣਹੀ ਨਾਦ। ਕਹਿੰਦੇ ਜਿਹੜੇ ਕੰਨ ਕਹਿੰਦੇ ਬਾਣੀ ਤੋਂ ਬਿਨਾ ਗੀਤ ਸੁਣਦੇ ਆ ਗੰਦੇ 24 ਘੰਟੇ, ਜੇ ਬਾਣੀ ਤੋਂ, ਕੀਰਤਨ ਤੋਂ, ਕਥਾ ਤੋਂ ਕੁਝ ਹੋਰ ਸੁਣਦੇ ਆ ਤਾਂ ਮਹਾਰਾਜ ਕਹਿੰਦੇ ਕਰਨਾ ਸੁਣਹੀ ਨਾਦ, ਕਰਨ ਮੁੰਦ ਘਾਲਿਆ। ਕਹਿੰਦੇ ਸਿੱਕਾ ਢਾਲ ਕੇ ਪਾ ਦੇਣਾ ਚਾਹੀਦਾ ਇਹੋ ਜਿਹੇ ਕੰਨਾਂ ਵਿੱਚ ਜਿਹੜੇ ਰੱਬ ਦੀ ਬਾਣੀ ਤੋਂ ਬਿਨਾਂ ਕੁਝ ਹੋਰ ਸੁਣਦੇ ਆ। ਇਹ ਆਪਣੇ ਮਨ ਨੂੰ ਕਹਿ ਰਿਹਾ। ਕਰਨਾ ਸੁਣਹੀ ਨਾਦ, ਕਰਨ ਮੁੰਦ ਘਾਲਿਆ, ਰਸਨਾ ਜਪੈ ਨਾ ਨਾਮ। ਆ ਜਿਹੜੀ ਰਸਨਾ ਹੈ ਨਾ, ਦੁਨੀਆ ਭਰ ਦੀ ਹਿਸਟਰੀ ਪੁੱਛ ਲਿਓ, ਉਹਨੂੰ ਮਿੰਟ ਦੇ ਵਿੱਚ ਖੋਲ ਕੇ ਦੱਸ ਦੇਗਾ। ਜੇ ਕਹੇ ਵੀ ਜਪਜੀ ਸਾਹਿਬ ਕੰਠ ਹੋਇਆ ਤੈਨੂੰ, ਵੀ 40 ਸਾਲ ਦੀ ਉਮਰ ਹੋ ਗਈ ਤੇਰੀ, ਉਹ ਨਹੀਂ ਕੰਠ ਹੋਇਆ। ਗੀਤ ਦੁਨੀਆ ਭਰ ਦੇ ਯਾਦ ਕਰ ਲਏ, ਪਰ ਬਾਣੀ ਦੀ ਇੱਕ ਪਹਿਲੀ ਪੌੜੀ ਜਪਜੀ ਸਾਹਿਬ ਦੀ ਕੰਠ ਨਹੀਂ ਹੋਈ, ਮੂਲ ਮੰਤਰ ਦੀ, ਕਿਉਂਕਿ ਕਰਨ ਵਾਲੇ ਪਾਸੇ ਤੁਰੇ ਨਹੀਂ ਆਪਾਂ। ਸੋ ਗੁਰੂ ਸਾਹਿਬ ਜੀ ਆਪਾਂ ਨੂੰ ਸੁਚੇਤ ਕਰ ਰਹੇ ਆ। ਜੇ ਆਪਾਂ ਬੈਠੇ ਆ ਨਾ ਅੱਜ ਮਹਾਰਾਜ ਦੇ ਚਰਨਾਂ ਦੇ ਵਿੱਚ, ਮਾਤਾ ਦੀ ਯਾਦ ਦੇ ਵਿੱਚ ਬੈਠੇ ਆ ਨਾ ਆਪਾਂ, ਤਾਂ ਗੁਰਬਾਣੀ ਵੀ ਆਪਾਂ ਨੂੰ ਉਪਦੇਸ਼ ਕਰਦੀ ਹੈ। ਰਸਨਾ ਜਪੈ ਨਾ ਨਾਮ। ਕਹਿੰਦੇ ਜੇ ਰੱਬ ਦਾ ਨਾਮ ਜਪਣ ਤੋਂ ਬਿਨਾਂ ਕੁਝ ਹੋਰ ਗਾਉਂਦੀ ਹੈ ਨਾ, ਨਿੰਦਿਆ, ਚੁਗਲੀ, ਵਕੀਲੀ ਕਰਦੀ ਹੈ ਇਹ ਜੀਭ ਜਿਹੜੀ ਹੈ, ਤਾਂ ਮਹਾਰਾਜ ਜੀ ਕਹਿੰਦੇ ਉਹਨੂੰ ਤਿਲ ਤਿਲ ਕਰਕੇ ਕੱਟ ਦੇਣਾ ਚਾਹੀਦਾ ਹੈ। ਵੀ ਘੱਟੋ ਘੱਟ ਪਾਪ ਤੋਂ ਤਾਂ ਬਚ ਜਾਏਗੀ, ਜਿਹੜਾ ਦੋਸ਼ ਹੈ ਉਹ ਤਾਂ ਨਾ ਲੱਗੇਗਾ ਇਹਦੇ ਸਿਰ। ਰਸਨਾ ਜਪੈ ਨਾ ਨਾਮ, ਤਿਲ ਤਿਲ ਕਰ ਕੱਟੀਐ। ਤੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਰਸਨਾ ਜਿਹੜੀ ਹੈ, ਜੇ ਨਾਮ ਨਹੀਂ ਨਾ ਜਪਦੀ, ਸਿਮਰਨ ਬੰਦਗੀ ਭਜਨ ਪਾਠ ਨਹੀਂ ਕਰਦੀ, ਇਹਨੂੰ ਤਿਲ ਤਿਲ ਕਰਕੇ ਕੱਟ ਦੇਣਾ ਚਾਹੀਦਾ। ਇਸ ਕਰਕੇ ਸਾਧ ਸੰਗਤ ਜੀ ਇਹ ਸਰੀਰ ਪਰਮਾਤਮਾ ਦੀ ਬੜੀ ਅਮੋਲਕ ਦਾਤ ਹੈ। ਆਪਾਂ ਇਹ ਵਿਚਾਰ ਕਰ ਰਹੇ ਸੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੀ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਪਾਸ ਅਨੇਕਾਂ ਸੰਗਤਾਂ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਸਤ ਸੰਗਤ ਕਰਿਆ ਕਰਦੀਆਂ, ਸੇਵਾ ਕਰਿਆ ਕਰਦੀਆਂ, ਸਿਮਰਨ ਕਰਿਆ ਕਰਦੀਆਂ, ਸਤਿਗੁਰੂ ਤੋਂ ਪਰਮਾਰਥ ਦੀਆਂ ਉਕਤੀਆਂ ਜੁਗਤੀਆਂ ਬੇਨਤੀ ਕਰਕੇ ਪੁੱਛਿਆ ਕਰਦੀਆਂ, ਆਪਣੇ ਜੀਵਨ ਦੇ ਭਲੇ ਦਾ ਉਪਦੇਸ਼ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਪਾਸੋਂ। ਉੱਥੇ ਇੱਕ ਕੋਈ ਗੁਰਸਿੱਖ ਰਹਿੰਦਾ ਸੀਗਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ। ਉਹ ਕੀ ਕਰਿਆ ਕਰੇ, ਪ੍ਰਸ਼ਾਦਾ ਪਾਣੀ ਰੱਜ ਕੇ ਛਕ ਲਿਆ, ਨਾ ਸੇਵਾ ਨਾ ਸਿਮਰਨ, ਆਪਣੇ ਜਾ ਕੇ ਕਮਰੇ ਦੇ ਵਿੱਚ ਮੌਜ ਨਾਲ ਪੈ ਜਾ ਕਰੇ ਪੱਖਾ ਛੱਡ ਕੇ। ਬੜੇ ਉਹਨੂੰ ਲਾਂਗਰੀ ਸਿੰਘਾਂ ਨੇ ਕਹਿਣਾ, ਕਹਿੰਦੇ ਭਾਈ ਤੂੰ ਸੇਵਾ ਕਰਿਆ ਕਰ, ਤੂੰ ਸਿਮਰਨ ਕਰਿਆ ਕਰ, ਬਾਣੀ ਪੜਿਆ ਕਰ। ਕਹਿੰਦਾ ਮੈਂ ਜੇ ਮੈਨੂੰ ਗੁਰੂ ਕਹੇਗਾ, ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਕਹਿਣਗੇ ਮੈਂ ਤਾਂ ਬਾਣੀ ਪੜਾਂਗਾ, ਮੈਂ ਕੋਈ ਤੁਹਾਡਾ ਸਿੱਖ ਥੋੜ੍ਹੀ ਹਾਂ। ਜਿਵੇਂ ਅੱਜ ਕਿਸੇ ਨੂੰ ਕਹਿ ਦਿਓ ਭਲੇ ਦੀ ਗੱਲ ਵੀ ਭਾਈ ਤੂੰ ਗੁਰੂ ਕਰਿਆ ਆਇਆ ਕਰ, ਤੂੰ ਅੰਮ੍ਰਿਤ ਛਕ ਲਿਆ ਕਰ, ਤਾਂ ਅੱਗੋਂ ਬਹੁਤ ਸਾਰੀਆਂ ਦਲੀਲਾਂ ਦਿੰਦੇ ਆ ਵੀ ਬਹੁਤ ਉਮਰ ਪਈ ਆ, ਹਾਲੇ ਕਿਤੇ ਉਮਰ ਲੰਘ ਗਈ ਅੰਮ੍ਰਿਤ ਛਕਣ ਨੂੰ, ਹਜੇ ਬਹੁਤ ਉਮਰ ਪਈ ਆ, ਛਕ ਲਾਂਗੇ ਕੋਈ ਨਹੀਂ। ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਅੱਗੋਂ ਸੁਣਨ ਨੂੰ ਮਿਲਦੀਆਂ ਨੇ, ਕਿਉਂਕਿ ਸਿਆਣੇ ਹੋ ਗਏ ਨਾ ਆਪਾਂ ਅੱਜ ਦੇ ਸਮੇਂ ਦੇ ਨਾਲ। ਉਹ ਸਿੱਖ ਕਿਆ ਕਰੇ, ਕਹਿੰਦਾ ਵੀ ਮੈਨੂੰ ਜੇ ਗੁਰੂ ਕਹੇਗਾ ਮੈਂ ਤਾਂ ਲੰਗਰ ਦੇ ਵਿੱਚ ਸੇਵਾ ਕਰਾਂਗਾ, ਤਾਂ ਬਾਣੀ ਪੜਾਂਗਾ,
मैं सिख तुहाडा थोड़ी हाँ, गुरु अमरदास दा आ। एक दिन इस तरह ही गुरु महाराज अपनी मौज जो लंगर दे विच आके सजे, महाराज लंगर विच आके बैठ के प्रसादा छकिया करते सी गुरु अमरदास पातशाह महाराज। हुण देखिया सिख भी अंदरों निकलिया, प्रसाद पानी छकिया। जो महाराज उठ के जान लगे, महाराज नूं नमस्कार करी। महाराज कहते भाई तू कित्थे रहना है? महाराज तां जाणदे सी ना सारा कुछ, अंतरजामी पुरख विधाते सब नूं। हुण आपां घरों चले आ, गुरु महाराज सब आपां नूं जाणदे आ, अपने मन की बिरती नूं जाणदे आ महाराज। महाराज कहते भाई तू कित्थों आया? कहता महाराज मैं इत्थे आप जी के स्थान ते ही सेवा करना, उरे रहना। महाराज कहते तैनूं देखिया नहीं कदे। महाराज कहते भाई सेवा करया कर। कहता महाराज हुक्म करो। महाराज कहते हुक्म तां तैनूं कर दिंदे आ, फिर मन्नेगा तू बचन? हुण ये गल गौर नाल सुणिओ साध संगत जी, गुरु का उपदेश उही मन्नेगा जिन्हें अपनी जिंदगी दे विच कमाई कीती होएगी, सेवा की होएगी, सिमरन किया होएगा, बाणी का अभ्यास किया होगा, उही गुरु का बचन मन्नेगा। नहीं तो भावें 80,000 का इकट्ठ सीगा आनंदपुर साहिब दे विच, पर मन्नण वाले सिर्फ 5 निकले सीगे। गुरु नानक देव जी महाराज नूं लखां दे हिसाब नाल नमस्कारां करदे सी, पर जिद्दन गुरु नानक देव जी महाराज कसवट्टी लांदे आ, भाई लहणा पास हुंदा उहदे विचों। हुण मन्नदे तां सारे सीगे महाराज नूं, किते थोड़ी कहंदे भी असीं नहीं मन्नदे। मत्था भी टेकदे सीगे, प्रसाद भी छकदे सीगे, गुरु दे बचन भी सुनदे सीगे कन्नां दे नाल, पर मन्नण दी गल जिहड़ी है। हुण गुरु अमरदास पातशाह महाराज कहंदे तूं बचन मन्नेगा भाई? कहंदे हाँ महाराज तुसीं बचन कर दिओ, मैं उही बचन मन्नांगा। महाराज कहंदे फिर ठीक है, असीं तैनूं बचन करदे हां, बचन मन लै, तेरा भला हो जाएगा। महाराज जानते सी कि इन्हें सारी जिंदगी गुरु घर का प्रसादा छकिया, आराम किया नहीं, सेवा नहीं की। ते तुसीं भी चेता रखियो, गुरु घर का प्रसादा जिहड़ा साध संगत जी जदों भी लंगर दे विच छकीए जरूर सेवा करनी चाहिए। भावें भांडे मांजो चाहे लंगर वरताओ, कुछ ना कुछ सेवा जरूर करनी चाहिए अपनी जिंदगी विच, क्योंकि महाराज का बचन है सतगुर की सेवा सफल है जे को करे चित लाए। सतगुरु दे घर की सेवा भागां दे नाल, जिस मस्तक भाग सो लागा से, भागां दे नाल सेवा मिलती है गुरु घर की, लंगरां दी, गुरु घर की। ते गुरु अमरदास पातशाह महाराज कहंदे भाई जा फिर साडा बचन मन, तू सारी जिंदगी कुछ नहीं किया, सेवा सिमरन बाणी नहीं पढ़ी, तैं सिमरन नहीं किया, लंगर की सेवा नहीं की, जा साडा बचन मन, तेरा भला हो जाएगा। जंगल दे विच पिछले पासे जाके चिखा तैयार करके ਉਹਦੇ ਵਿੱਚ अपने शरीर का परित्याग कर दे, तेरा भला हो जाएगा। हुण आपां सारे कह देने नाम जपना सिमरन करना, पर साध संगत जी गुरु का वचन मनना इन्ना सौखा नहीं, आखण औखा साचा नाओ। फिर तो सारी मन ली आपां। महाराज कहंदे कोट मदे को बिरला सेवक, करोड़ां विचों कोई सेवक है महाराज दा जिहड़ा गुरु का वचन मनदा है। हुण अमृत वेले उठ के आपां देखो आना होवे, मीह पैंदा, हनेरी चलदी हुंदी है कई वारी, जिवें अज कई दिनां दा मौसम बनया होया मीह कणी दा, पर गुरु महाराज जी बचन करदे आ जिन्हां दे अंदर तांग प्यार प्रेम भावना हुंदी ना, ਉਹ नहीं रुकिया करदे। झक्खड़ झांगी मीह वरसै भी गुर देखण, ਉਹ नहीं, ਉਹ गुरु दे दर्शन दीदार करदे आके, भावें जो मर्जी होई जावे। गुरु अमरदास पातशाह ने बचन किया, उस सिख ने उदों तक कह दिता सत बचन, मत्था टेक के चला गया। हुण कमाई नहीं सी कीती, सिमर नहीं सी, खाली भांडा सीगा। कहो कबीर चूछा घट बोलै, भरिया होए सो कबू ना डोलै। हुण चला गया जाके जंगल दे विच, चिखा तैयार कर ली, पर आले दुआले परिक्रमा करी जांदा, मन नहीं करदा, क्योंकि मन जिहड़ा है इनू जन्मा जन्मां दी मल लगी हुई है। जन्म जन्म की इस मन को मल लागी, काला हुआ ये साध संगत जी काला होया पिया। जिदन सेवा करेगा, सिमरन करेगा, बाणी पढ़ेगा, फिर मैल उतरनी है दी, उदों बिना उतरनी नहीं, चढ़ भावें होर जाए बेशक। तो जदों चिखा तैयार करके आले दुआले घूमी जांदा, कहंदा भी हुण ये तां मरनों किहदा जी करदा। इन्ने नूं एक चोर जिन्हें राजे दे दरबार दे विच चोरी की पहुंच गया, उत्थे देख रहा भी ये सिख जिहड़ा परिक्रमा कर रहा, पुछया भाई की गल है? कह लगा मैं गुरु अमरदास पातशाह महाराज दा सिख हाँ, मैनूं महाराज ने बचन कराया भी चिखा दे विच अपने शरीर का परित्याग कर दे, तेरा भला हो जाएगा।
पर मेरा चित्त नहीं करता मरन नूं। वो कहता कोई गल नहीं, तू गुरु अमरदास पातशाह दे वल अपना मुख करके अरदास कर दे, महाराज तुहाडा दिता हुआ वचन मैं अज चोर नूं देना। कोई गल नहीं। वो जिहड़ा भरिया पिया सीगा बैग हीरियां दा, मोतियां दा, माया दा, उन्होंने फड़ाया, कहता चक ये वचन मैनू दे दे। और अरदास करके वचन उन्होंने दे दिता। हुण उन्हें साध संगत चिखा दे विच छाल मार दी। हुण जिहड़ी पिछे राजे की फौज लगी सी उन्होंने आके उन्होंने फड़ लिया, उन्होंने राजे के दरबार च पेश किया, उन्होंने मौत की सजा सुनाई गई उन्होंने, क्योंकि उन्हें सेवा नहीं ना की, सारी जिंदगी उन्हें इस तरह ही प्रसाद पानी छक के लंघाया सीगा। साध संगत जी जदों ये सारा वो जिहड़ा चोर है ਉਹਦਾ गुरु साहब ने भला कर दिता, वो सजा का भागी होया। सिख जी ने सारी जिंदगी सेवा नहीं सी कीती, सिमर नहीं सी कीता, बाणी नहीं सी पढ़ी, गुरु का लंगर छकिया सी कला। इत्थे आपां नूं ये गल जरूर अपने हिरदे विच वसाणी चाहीदी है कि जिहड़ा जीवन है ये परमात्मा की दात आपां नूं मिली हुई है, इहनूं पा के गुरु साहब का शुकराना करना, बाणी का सिमरन करना, बाणी पढ़नी, सेवा करनी, सिमरन करनी, जिहदे वास्ते शरीर मिलिਆ तां ये जन्म सफला होएगा। शरीर मिलिਆ साध संगत जी परमात्मा का नाम जपण वास्ते। भई प्राप्त मनुख दे हुरिया गोबिंद मिलन की एह तेरी वरिया, अवर काज तेरा किता ना काम। जिन्हां वास्ते असीं दिन रात काम कार विहार, दिन रात असीं तुरे फिरदे ना, मींह नहीं देखदे, सब कुछ जिंदगी दे विच दिन रात एक किता पिया आपां। पर सच्चे पातशाह जी कहते असल इहदा मनोरथ कुछ होर है जिंदगी का। ये मिलिਆ नाम जपण वास्ते। आओ गुरु साहब का बचन गुरु अर्जन देव जी महाराज दा, करो बेनंती सुनो मेरे मीता संत टहल की, इहा खाट चलो हर लाहा आग्या बसन। इत्थे साध संगत जी जिन्ना मर्जी आपां बैंक बैलेंस बना लीए, कोठियां बना लीए, धीआं पुत्रां दे वास्ते बहुत कुछ कर जीए, पर असल जिंदगी का जिहड़ा लाहा है वो गुरु अर्जन देव जी महाराज कहते इहा खाट चलो हर लाहा आग्या बसन। वो सुहेला तां होना जे आपां खुद बाणी पढ़ांगे, सिमरन करांगे, गुरु के लंगरां की सेवा करांगे, तां ये जीवन सफला होना। सौ समा होया समाप्ति का। सत्कारयोग माता जयंती देवी अकाल पुरख वाहिगुरू ने इतने श्वास दे के संसार दे विच भेजिਆ सीगा। श्वासां नूं पूरा करदिआं अपणीआं परिवारक जिम्मेवारियां निभाउंदिआं होइआं, श्वासां नूं पूरा करदिआं कुछ दिन पहला अकाल चलाना कर गए सन। इन्हां दे समुचे परिवार ने, उन्हां दे सुपुत्रां ने, धीआं पुत्रां ने रल मिल के गुरबाणी दे श्री अखंड पाठ साहिब माता जी दे भले वास्ते, गुरु के लंगरां दी सेवा, गुरबाणी दे कीर्तन गुरु चरणां दे विच करवाए हन। सतगुरु जी कृपा करन। सबना ने अरदास करनी गुरु दे चरणां दे विच कि महाराज जी आप जी दा बचन है, अब की वार बख्श बंदे को बहुर ना भवजल। कि संसार दे विच जीव दे पासों विचरदिआं अनेकां प्रकार दीआं भुल्लां चुक्कां गलतियां हो जांदियां ने। ये नहीं कहना भी हो गईयां, हो जांदियां ने। ये तां फिर गल है भी आपां अपना पासा जिहड़ा वो फिर भी सही नहीं रखदे। आपां कहने हो गईयां होणगीआं मतलब होईयां नहीं। ये क्या करो महाराज गलतियां होईयां ने साडे कोलों। किहड़ा बंदा जिहड़ा संसार दे विच कहे मैं गलती नहीं करी। भुल्लां चुक्कां गलतियां हो गईयां महाराज वो खिमा करके अपने चरनां विच निवास बख्शिओ। पिछे परिवार नूं, उन्हां दे बच्चिआं नूं सुख शांति चढ़दी कला वाले जीवन, उच्चे सुच्चे जीवन बख्शिओ। ये गुरु चरनां विच अरदास करनी है। सब ने असीसां बख्शियां माता जी नूं। सतगुरु जी अपने चरनां विच निवास बख्शण। आओ समा होया समाप्ति का श्री आनंद साहिब का पाठ करिए, फिर अरदास हुक्मनामे साहब सरवण करके कड़ा प्रसादी देग लैके जिन्हां ने हाले तक गुरु के लंगर का प्रसादा नहीं छकिया भाई सारियां संगतां गुरु के लंगर का प्रसादा चाह का लंगर छक के फिर आपो अपने घरां नूं वाहिगुरू वाहिगुरू जपदिआं चाला पाना है। राम कली महला तीजा आनंद एको अंकार तुगुर प्रसाद। आनंद पिया मेरी माए सतगुरु मैं पाया।
ਮਨ ਹੋ ਵਿਸਾਰੇ। ਸਾਚੇ ਸਾਹਿਬਾ ਕਿਆ ਨਹੀਂ ਕਰਦੇ ਸਗਲ ਮਨੋਰਥ ਪੂਰੇ। ਰੋਲ ਸੰਦਾ ਭੇਟ ਸੋਹਣੀ ਕਥੀ ਬਾਣੀ। ਸਤਿਗੁਰ ਰਹਿਆ ਭਰਪੂਰੇ। ਮਾਤਾ ਮਾਤਰ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ